श्री राग महला पंजवा। संत जनहों सुन पाई हो, छूटन साचै नाए। गुर के चरण सरेवणे, तीरथ हर का नाउ। संत जनों का मतलब हे प्रभु दे प्यारिओ, हे प्रभु दे राह ते तुरन वालिओ। भाईओ का मतलब भरावो, कि हे भरावो, हे रब दे प्यारिओ, सरवण करो, मेरी ये गल सुनो कि प्रभु दे गुणां दे धारनी हो के ही विकारां तो बचिया जा सकता है, दुखां तो विकारां तो खुलासी हो सकती है। नाए दा मतलब नाम, ते नाम दा मतलब हुंदा है गुण। बहुत थावां ते नाम दा अर्थ हुक्म भी है, जिवें नाम हुण गोबिंद दा नाम, गोबिंद रब दा नाम असीं लैंदे गोबिंद, तां ये गोबिंद एक गुण है। गो दा मतलब सृष्टि, बिंद दा मतलब पैदा करन वाला। नाम रखिया गोपाल, तां गोपाल एक गुण है। गो दा मतलब सृष्टि, पाल दा मतलब पालन वाला, तां गोपाल हो गया एक गुण। पुरख, पुरख दा मतलब रमया होया, ये ओदा एक गुण है। दयाल, दया करना, ये ओदा एक गुण है। तां नाम दा मतलब गुणां दा जो मुजस्मा है। तां हे भरावो, हे प्रभु दे प्यारिओ, ये सरवण करो कि सदा प्रभु दी, सच्चे प्रभु दी सिफत सलाह करके ही विकारां तो खुलासी हुंदी है। गुर के चरण सरेवणे, तीरथ हर का नाउ। तां ये जो शुभ गुण ने, प्रभु दे गुणां दी जान पछाण जो है, जां रब्बी हुक्म दी गल है, इस बारे सानू जानकारी ज्ञान मिलता है गुरु पासों। इसलिए गुर के चरण सरेवणे, गुरु दे चरण पूजने चाहिए ने। गुरु दे चरण पूजन दा भाव इत्थे ये है कि निम्रता दे नाल गुरु दे दसे राह ते तुरना चाहिए। गुर के चरण सरेवणे, निम्रता दे नाल गुरु दे दसे राह ते तुरना चाहिए। तीरथ हर का नाम, कि जो रब्बी सिफत सलाह है, ਉਹੀ असली तीरथ है। तीर्थां ते नहाण दी लोड़ नहीं है। असली तीरथ है प्रभु दी सिफत सलाह। ਜਦੋਂ ਅਸੀਂ ਸ਼ੁਭ ਗੁਣਾਂ ਦੇ ਨਾਲ ਜੁੜਦੇ ਹਾਂ ਤਾਂ ਉਦੋਂ ਸਾਡੀ ਅੰਦਰ ਦੀ ਮੈਲ ਧੁੱਪਦੀ ਹੈ। ਇਸ ਲਈ ਜੋ ਅਸਲ ਤੀਰਥ ਹੈ ਉਹ ਪ੍ਰਭੂ ਦੀ ਸਿਫਤ ਸਲਾਹ ਹੈ। ਪ੍ਰਭੂ ਦੇ ਗੁਣ ਗਾਣੇ, ਗੁਣਾਂ ਦੇ ਧਾਰਨੀ ਹੋਣਾ, ਰੱਬੀ ਰਜ਼ਾ ਵਿੱਚ ਤੁਰਨਾ। ਇਸ ਲਈ ਗੁਰੂ ਦੇ ਦੱਸੇ ਰਾਹਾਂ ਤੇ ਨਿਮਰਤਾ ਨਾਲ ਚੱਲਣਾ ਚਾਹੀਦਾ ਹੈ, ਹਉਮੈ ਤਿਆਗ ਕੇ। ਔਰ ਪ੍ਰਭੂ ਦੀ ਸਿਫਤ ਸਲਾਹ ਹੀ ਸਾਰੇ ਤੀਰਥਾਂ ਦਾ ਤੀਰਥ ਹੈ, ਅਸਲ ਤੀਰਥ ਹੈ। अगला बचन गुरु जी करते हैं, आगे दरगाह मन्निए है, मिले निथावे थाऊ। मन्निए दा मतलब मन्ने जाते ने, आगे दा मतलब आने वाले समय के अंदर, दरगाह दा मतलब रब्बी हजूरी विच, निथावे थाऊ दा मतलब जिहड़ा निथावे ने जिन्हां नूं कोई आसरा नहीं, उन्हां नूं आसरा मिल जाता है, टिकाव मिल जाता है। ਤਾਂ ਗੁਰੂ ਪਾਤਸ਼ਾਹ ਜੀ ਬਚਨ ਕਰ ਰਹੇ ਹਨ ਕਿ ਪ੍ਰਭੂ ਦੀ ਸਿਫਤ ਸਲਾਹ ਦੀ ਬਰਕਤ ਦੇ ਨਾਲ ਮਨੁੱਖ ਨੂੰ ਆਦਰ ਸਤਕਾਰ ਮਿਲਦਾ ਹੈ, ਰੱਬੀ ਹਜ਼ੂਰੀ ਵਿੱਚ ਮਾਣ ਮਿਲਦਾ ਹੈ, ਔਰ ਨਿਥਾਵਿਆਂ ਨੂੰ ਵੀ ਥਾਂ ਮਿਲ ਜਾਂਦਾ ਹੈ। ਨਿਥਾਵਿਆਂ ਦਾ ਮਤਲਬ ਜਿਨ੍ਹਾਂ ਦਾ ਮਨ ਹਰ ਟਾਈਮ ਭਟਕਦਾ ਰਹਿੰਦਾ ਹੈ, ਜੋ ਏਮਲੈਸ ਲੋਕ ਨੇ, ਉਹਨਾਂ ਨੂੰ ਜ਼ਿੰਦਗੀ ਦਾ ਮਨੋਰਥ ਮਿਲ ਜਾਂਦਾ ਹੈ, ਉਹਨਾਂ ਨੂੰ ਗੋਲ ਮਿਲ ਜਾਂਦਾ ਹੈ, ਉਹਨਾਂ ਨੂੰ ਥਾਂ ਮਿਲ ਜਾਂਦਾ ਹੈ, ਉਹਨਾਂ ਨੂੰ ਟਿਕਾਣਾ ਮਿਲ ਜਾਂਦਾ ਹੈ, ਇੱਕ ਰਾਸਤਾ ਮਿਲ ਜਾਂਦਾ ਹੈ। ਭਾਈ ਰੇ ਸਾਚੀ ਸਤਿਗੁਰ ਸੇਵ, ਸੇਵ ਦਾ ਮਤਲਬ ਸੇਵਾ, ਕਿ हे ਭਾਈ ਗੁਰੂ ਦੀ ਸੇਵਾ ਸੱਚੀ ਹੈ। ਗੁਰੂ ਦੀ ਸੇਵਾ ਵਿੱਚ ਕੋਈ ਉਕਾਈ ਨਹੀਂ ਹੈ। ਗੁਰੂ ਦੀ ਸੇਵਾ ਦਾ ਮਤਲਬ ਗੁਰੂ ਦੀ ਦੱਸੀ ਹੋਈ ਕਾਰ ਕਰਨੀ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦਾ ਮਤਲਬ ਹੈ ਸਤਿਗੁਰੂ ਦੀ ਸੇਵਾ। ਤਾਂ ਇਹ ਭਾਈ ਗੁਰੂ ਦੀ ਜੋ ਦੱਸੀ ਹੋਈ ਕਾਰ ਕਰਨੀ ਹੈ, ਇਹ ਸੱਚੀ ਹੈ, ਊਣਤਾਈ ਤੋਂ ਰਹਿਤ ਹੈ, ਔਰ ਇਹ ਸੁੱਖਾਂ ਦਾ ਫਲ ਦੇਣ ਵਾਲੀ ਹੈ। ਸਤਿਗੁਰ ਤੁਠੈ ਪਾਈ ਹੈ, ਪੂਰਨ ਅਲਖ ਅਭੇਵ ਰਹਾਉ। ਸਤਿਗੁਰ ਤੁਠੈ ਦਾ ਮਤਲਬ ਜੇ ਸਤਿਗੁਰੂ ਤਰੁੱਠ ਪਏ, ਗੁਰੂ ਕਿਰਪਾ ਕਰੇ।
ਪੂਰਨ ਦਾ ਮਤਲਬ ਹਰ ਥਾਂ ਤੇ ਰਮਿਆ ਹੋਇਆ। ਅਲੱਖ ਦਾ ਮਤਲਬ ਅਦ੍ਰਿਸ਼ਟ, ਜੋ ਇਹਨਾਂ ਅੱਖਾਂ ਨਾਲ ਦਿਸਦਾ ਨਹੀਂ। ਅਭੇਵ ਤੋਂ ਭਾਵ ਜਿਸ ਦਾ ਭੇਦ ਨਹੀਂ ਪਾਇਆ ਜਾਂਦਾ। ਜੇ ਗੁਰੂ ਪ੍ਰਸੰਨ ਹੋ ਜਾਏ ਤਾਂ ਉਹ ਪ੍ਰਭੂ ਮਿਲ ਪੈਂਦਾ ਹੈ, ਜੋ ਸਰਬ ਵਿਆਪਕ ਹੈ, ਜੋ ਅਦ੍ਰਿਸ਼ਟ ਹੈ, ਔਰ ਜਿਸ ਦਾ ਭੇਦ ਨਹੀਂ ਪਾਇਆ ਜਾਂਦਾ, ਜਿਸ ਦਾ ਅੰਤ ਨਹੀਂ ਪਾਇਆ ਜਾਂਦਾ, ਉਹਦਾ ਮਿਲਾਪ ਹੋ ਜਾਂਦਾ ਹੈ ਜੇ ਗੁਰੂ ਮਿਲ ਪਏ, ਜੇ ਗੁਰੂ ਰਹਿਮਤ ਕਰ ਦੇਵੇ। ਯਾਨੀ ਜੇ ਕੋਈ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਹੈ ਤਾਂ ਉਸ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਜੋ ਸਰਬ ਵਿਆਪਕ ਹੈ। ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ। ਸੱਚ ਨਾਉ ਦਾ ਮਤਲਬ ਸਦਾ ਥਿਰ ਪ੍ਰਭੂ ਦਾ ਨਾਮ, ਯਾਨੀ ਪ੍ਰਭੂ ਦੀ ਸਿਫਤ ਸਲਾਹ, ਰੱਬੀ ਗੁਣ। ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਦਿੱਤੀ ਹੈ। ਰੱਬੀ ਗੁਣਾਂ ਦਾ ਖਜ਼ਾਨਾ ਜਿਸ ਨੇ ਬਖਸ਼ਿਸ਼ ਕੀਤਾ ਹੈ, ਮੈਂ ਉਸ ਗੁਰੂ ਤੋਂ ਬਲਿਹਾਰ ਜਾਂਦਾ ਹਾਂ ਜਿਸ ਨੇ ਮੈਨੂੰ ਰੱਬੀ ਗੁਣਾਂ ਦਾ ਖਜ਼ਾਨਾ ਬਖਸ਼ਿਆ, ਰੱਬੀ ਰਜਾ ਦੀ ਸੂਝ ਬਖਸ਼ੀ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਅੰਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ। ਇੱਥੇ ਗਾਉ ਨਹੀਂ ਪੜਨਾ, ਗਾਓ। ਅੰਦਿਨ ਸੱਚ ਸਲਾਹਣਾ, ਅੰਦਿਨ ਦਾ ਮਤਲਬ ਹਰ ਰੋਜ਼, ਹਰ ਸਮੇਂ, ਹਰ ਵੇਲੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਹਰ ਵੇਲੇ ਪ੍ਰਭੂ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ। ਸੱਚੇ ਕੇ ਗੁਣ ਗਾਓ, ਸੱਚੇ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ। ਮਤਲਬ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ ਚਾਹੀਦਾ ਹੈ, ਮਨ ਕਰਕੇ, ਬਚਨ ਕਰਕੇ, ਕਰਮ ਕਰਕੇ। ਜਦੋਂ ਸੋਚੋ ਉਹ ਸੋਚ ਗੁਣਾਂ ਵਾਲੀ ਹੋਵੇ, ਜਦੋਂ ਬੋਲੋ ਬੋਲ ਗੁਣਾਂ ਵਾਲੇ ਹੋਣ, ਜਦੋਂ ਬਿਹੇਵੀਅਰ ਕਰੋ ਉਹ ਬਿਹੇਵੀਅਰ ਵੀ ਗੁਣਾਂ ਵਾਲਾ ਹੋਵੇ। ਇਸ ਨੂੰ ਕਹਿੰਦੇ ਨੇ ਅੰਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ। ਸੱਚ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਸੱਚੇ ਪ੍ਰਭੂ ਦੇ ਗੁਣ ਗਾਣੇ ਚਾਹੀਦੇ ਨੇ, ਯਾਨੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ। ਸੱਚ ਖਾਣਾ, ਸੱਚ ਪਹਿਨਣਾ, ਸੱਚੇ ਸੱਚਾ ਨਾਉ। ਸੱਚ ਖਾਣਾ ਦਾ ਮਤਲਬ ਆਤਮਕ ਖੁਰਾਕ, ਪਹਿਨਣਾ ਦਾ ਮਤਲਬ ਆਤਮਕ ਪੁਸ਼ਾਕ। ਹੁਣ ਕਈ ਲੋਕ ਨੇ ਨਾ ਬਹੁਤ ਸਾਰੇ ਪਦਾਰਥ ਖਾਂਦੇ ਨੇ, ਜਾਂ ਧਾਰਮਿਕ ਦੁਨੀਆ ਦੇ ਅੰਦਰ ਕੋਈ ਅੰਨ ਛੱਡ ਦਿੰਦਾ ਹੈ, ਕੋਈ ਕੁਛ ਐਸਾ ਇਹ ਖਾਣਾ ਖਾਣਾ ਹੈ, ਉਹ ਨਹੀਂ ਖਾਣਾ। ਸਿਹਤ ਦੇ ਨਾਲ ਜੋੜਨਾ ਇੱਕ ਵੱਖਰੀ ਗੱਲ ਹੈ, ਧਾਰਮਿਕ ਤੌਰ ਤੇ ਅੰਧ ਵਿਸ਼ਵਾਸਾਂ ਵਿੱਚ ਪੈਣਾ ਇੱਕ ਵੱਖਰੀ ਗੱਲ। ਬਹੁਤ ਸਾਰੇ ਲੋਕ ਨੇ ਬਾਹਰੀ ਭੇਸ਼ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਨੇ, ਹਾਲਾਂਕਿ ਜੋ ਕੱਪੜੇ ਨੇ ਉਹ ਸਰੀਰ ਢੱਕਣ ਵਾਸਤੇ ਨੇ, ਗਰਮੀ ਔਰ ਸਰਦੀ ਤੋਂ ਬਚਣ ਵਾਸਤੇ ਨੇ। ਇਹ ਰੋਲ ਹੈ ਕੱਪੜਿਆਂ ਦਾ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੀ ਮਿਹਰ ਦੇ ਨਾਲ ਹੁਣ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਔਰ ਸੱਚ ਹੀ ਮੇਰੀ ਆਤਮਕ ਖੁਰਾਕ ਬਣ ਗਿਆ ਹੈ, ਸੱਚ ਹੀ ਮੇਰੀ ਆਤਮਕ ਪੁਸ਼ਾਕ ਹੋ ਚੁੱਕਾ ਹੈ, ਔਰ ਸੱਚਾ ਨਾਉ ਆਦਰ ਸਤਕਾਰ ਦਾ ਕਾਰਨ ਵੀ ਉਹੀ ਹੈ, ਤੇ ਸਦਾ ਰਹਿਣ ਵਾਲੇ ਪ੍ਰਭੂ ਦਾ ਜੋ ਨਾਮ ਹੈ, ਸਿਫਤ ਸਲਾਹ ਹੈ, ਉਹਨੂੰ ਮੈਂ ਹਰ ਵੇਲੇ ਅਪਣਾ ਰਿਹਾ ਹਾਂ, ਹਰ ਵੇਲੇ ਸਿਮਰ ਰਿਹਾ ਹਾਂ, ਹਰ ਵੇਲੇ ਮੈਂ ਰੱਬੀ ਗੁਣਾਂ ਦੀ ਯਾਦ ਵਿੱਚ ਜੁੜਿਆ ਹੋਇਆ ਹਾਂ। ਸੱਚੇ ਪ੍ਰਭੂ ਦਾ ਜੋ ਸੱਚਾ ਗੁਣਾਂ ਦਾ ਖਜ਼ਾਨਾ ਹੈ, ਸੱਚੀ ਸਿਫਤ ਸਲਾਹ ਹੈ, ਮੈਂ ਹਮੇਸ਼ਾ ਸਿਫਤ ਸਲਾਹ ਕਰਦਾ ਹਾਂ। ਇਹਦੀ ਬਰਕਤ ਨਾਲ ਸੱਚ ਹੀ ਮੇਰੀ ਆਤਮਿਕ ਖੁਰਾਕ ਔਰ ਸੱਚ ਹੀ ਮੇਰਾ ਆਤਮਿਕ ਪਹਿਨਾਵਾ ਬਣ ਗਿਆ ਹੈ। ਸੱਚ ਦੇ ਨਾਲ ਮੈਂ ਹਮੇਸ਼ਾ ਜੁੜਿਆ ਹੋਇਆ ਹਾਂ। ਸਾਸ ਵਿਰਾਸ ਨਾ ਵਿਸਰੈ, ਸਫਲ ਮੂਰਤ ਗੁਰ ਆਪ। ਇੱਥੇ ਮੂਰਤ ਦਾ ਮਤਲਬ ਹੈ ਹਸਤੀ, ਸ਼ਖਸੀਅਤ। ਸਾਸ ਦਾ ਮਤਲਬ ਸਵਾਸ, ਗਿਰਾਸ ਦਾ ਮਤਲਬ ਗਿਰਾਹੀ, ਸਾਸ ਗਿਰਾਸ ਦਾ ਮਤਲਬ ਹਰ ਸਾਹ ਨਾਲ ਤੇ ਹਰ ਗਰਾਈ ਦੇ ਨਾਲ। ਸਫਲ ਮੂਰਤ, ਮੂਰਤ ਦਾ ਮਤਲਬ ਸ਼ਖਸੀਅਤ, ਉਹ ਸ਼ਖਸੀਅਤ ਜੋ ਹਰ ਫਲ ਦੇਣ ਦੇ ਸਮਰੱਥ ਹੈ। ਤਾਂ ਇਹ ਭਾਈ ਗੁਰੂ ਉਹ ਸ਼ਖਸੀਅਤ ਹੈ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ। ਗੁਰੂ ਦੀ ਸ਼ਰਨ ਪਿਆ, ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਪ੍ਰਭੂ ਕਦੇ ਵੀ ਨਹੀਂ ਭੁੱਲਦਾ, ਨਾ ਖਾਂਦਿਆਂ ਨਾ ਜੀਵਨ ਜੀਂਦਿਆਂ। ਸਾਸ ਗਰਾਸ ਨਹੀਂ ਭੁੱਲਦਾ, ਰੱਬੀ ਗੁਣ ਨੂੰ ਕਦੇ ਵੀ ਨਹੀਂ ਭੁੱਲਦੇ। ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ, ਜੋ ਗੁਰੂ ਦੀ ਦਿੱਤੀ ਜੀਵਨ ਜਾਚ ਨੂੰ ਅਪਣਾ ਲੈਂਦਾ ਹੈ। ਗੁਰ ਜੇਵਡ ਅਵਰ ਨਾ ਦਿਸਈ, ਆਠ ਪਹਿਰ ਤਿਸ ਜਾਪ। ਜਾਪ ਦਾ ਮਤਲਬ ਜਾਣ,
ਜਪ ਦਾ ਮਤਲਬ ਜਾਣਨਾ, ਜਾਣ ਯਾਨੀ ਸਾਂਝ ਪਾ। ਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਇਸ ਦੁਨੀਆ ਵਿੱਚ ਨਹੀਂ ਦਿਸਦਾ। ਗੁਰੂ ਦੇ ਬਰਾਬਰ ਦੀ ਹਸਤੀ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ। ਇਸ ਲਈ ਹੈ ਮੇਰੇ ਮਨ, ਅੱਠੇ ਪਹਿਰ ਉਸ ਗੁਰੂ ਦੇ ਨਾਲ ਸਾਂਝ ਪਾ। ਇਸ ਜਾਪ ਦਾ ਮਤਲਬ ਉਸ ਗੁਰੂ ਨੂੰ ਜਪ, ਉਸ ਗੁਰੂ ਦੇ ਨਾਲ ਸਾਂਝ ਪਾ, ਉਹਨੂੰ ਜਾਣ, ਉਹਦੇ ਨਾਲ ਜਾਣ ਪਹਿਚਾਨ ਬਣਾ। ਗੁਰੂ ਜਿਹੜਾ ਵੱਡਾ ਹੋਰ ਕੋਈ ਨਜ਼ਰ ਹੀ ਨਹੀਂ ਪੈਂਦਾ। ਇਸ ਲਈ ਹੈ ਮੇਰੇ ਮਨ, ਅੱਠੇ ਪਹਿਰ ਗੁਰੂ ਦੇ ਨਾਲ ਸਾਂਝ ਪਾ, ਅੱਠੇ ਪਹਿਰ ਗੁਰੂ ਦੇ ਦੱਸੇ ਰਾਹਾਂ ਤੇ ਚੱਲ। ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣ ਤਾਸ। ਗੁਣ ਤਾਸ ਦਾ ਮਤਲਬ ਗੁਣਾਂ ਦਾ ਖਜ਼ਾਨਾ। ਸੱਚ ਨਾਮ ਗੁਣ ਤਾਸ ਦਾ ਮਤਲਬ ਸੱਚਾ ਨਾਮ ਜੋ ਗੁਣਾਂ ਦਾ ਖਜ਼ਾਨਾ ਹੈ। ਨਦਰ ਕਰੇ ਦਾ ਮਤਲਬ ਜੇ ਰਹਿਮਤ ਕਰੇ, ਜਦੋਂ ਗੁਰੂ ਮਿਹਰ ਦੀ ਨਜ਼ਰ ਕਰਦਾ ਹੈ ਤਾਂ ਸਾਰੇ ਗੁਣਾਂ ਦੇ ਖਜ਼ਾਨੇ ਪ੍ਰਭੂ ਦੇ ਨਾਮ ਨੂੰ ਪਾ ਲਈਦਾ। ਯਾਨੀ ਜੋ ਗੁਣਾਂ ਦਾ ਖਜ਼ਾਨਾ ਹੈ ਨਾ, ਨਾਮ ਰੂਪ ਗੁਣਾਂ ਦਾ ਖਜ਼ਾਨਾ ਹੈ, ਉਹਨੂੰ ਪਾ ਲਈਦਾ ਜਦੋਂ ਗੁਰੂ ਰਹਿਮਤ ਔਰ ਬਖਸ਼ਿਸ਼ ਕਰਦਾ ਹੈ। ਜਦੋਂ ਗੁਰੂ ਨੇ ਰਹਿਮਤ ਔਰ ਬਖਸ਼ਿਸ਼ ਕਰਨੀ ਹੈ, ਗੁਰੂ ਨੇ ਗਿਆਨ ਦੀ ਦਾਤ ਦੇਣੀ ਹੈ, ਵਿਵੇਕ ਬੁੱਧ ਬਖਸ਼ਿਸ਼ ਕਰਨੀ ਹੈ। ਉਸ ਵਿਵੇਕ ਬੁੱਧ ਦੇ ਨਾਲ ਬੰਦੇ ਨੇ ਚੰਗੇ ਔਰ ਮਾੜੇ ਦੀ ਪਹਿਚਾਨ ਕਰਨੀ ਹੈ, ਗੁਣ ਅਵਗੁਣ ਦੀ ਸਿਆਣ ਕਰਨੀ ਹੈ, ਅਵਗੁਣਾਂ ਦਾ ਤਿਆਗ ਕਰ ਦੇਣਾ, ਗੁਣਾਂ ਦੇ ਧਾਰਨੀ ਹੋ ਜਾਣਾ ਹੈ। ਤਾਂ ਇਹ ਦਾਤ ਗੁਰੂ ਦੀ ਰਹਿਮਤ ਦੇ ਨਾਲ ਮਿਲਦੀ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਾ ਸਮਾਏ। ਜਿਹੜਾ ਪ੍ਰਭੂ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ, ਉਹ ਪ੍ਰਭੂ ਔਰ ਗੁਰੂ ਇੱਕ ਹੀ ਨੇ। ਯਾਨੀ ਜੋ ਸਰਬ ਵਿਆਪਕ ਪ੍ਰਭੂ ਹੈ, ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੋ ਰਿਹਾ ਹੈ, ਉਹ ਤੇ ਗੁਰੂ ਇੱਕ ਰੂਪ ਨੇ। ਯਾਨੀ ਗੁਰੂ ਪ੍ਰਭੂ ਦਾ ਹੀ ਰੂਪ ਹੈ ਜੋ ਸਰਬ ਵਿਆਪਕ ਹੈ, ਉਹਦਾ ਹੀ ਰੂਪ ਹੈ। ਗੁਰੂ ਸੋਚ ਕਰਕੇ ਆਤਮਿਕ ਤੌਰ ਤੇ ਗੁਰੂ ਪ੍ਰਭੂ ਦੇ ਅੰਦਰ ਅਭੇਦ ਹੈ। ਗੁਰ ਪਰਮੇਸ਼ਰ ਏਕੋ ਜਾਨ। ਜਿਨ ਕੋ ਪੂਰਬ ਲਿਖਿਆ ਸਈ ਨਾਮ ਧਿਆਏ। ਧਿਆਏ ਦਾ ਮਤਲਬ ਸਿਮਰਦੇ ਨੇ, ਯਾਦ ਵਿੱਚ ਟਿਕਾਉਂਦੇ ਨੇ, ਧਿਆਨ ਵਿੱਚ ਟਿਕਾਉਂਦੇ ਨੇ। ਨਾਮ ਦਾ ਮਤਲਬ ਗੁਣਾਂ ਦਾ ਖਜ਼ਾਨਾ, ਰੱਬੀ ਹੁਕਮ। ਜਿਨ ਕੋ ਪੂਰਬ ਲਿਖਿਆ, ਪੂਰਬ ਦਾ ਮਤਲਬ ਪੂਰਬਲੇ ਸਮੇਂ ਵਿੱਚ, ਲਿਖਿਆ ਦਾ ਮਤਲਬ ਜਿਨ੍ਹਾਂ ਨੇ ਆਪਣੇ ਅੰਦਰ ਸੰਸਕਾਰ ਪੈਦਾ ਕੀਤੇ ਨੇ, ਜਿਨ੍ਹਾਂ ਨੇ ਆਪਣੇ ਅੰਦਰ ਐਸੀ ਲਿਖਤ ਲਿਖੀ ਹੈ, ਜਿਨ੍ਹਾਂ ਦੇ ਅੰਦਰ ਇਹ ਸੁਭਾਅ ਬਣੇ ਨੇ। ਤਾਂ ਜਿਨ੍ਹਾਂ ਮਨੁੱਖਾਂ ਦੇ ਪਿਛਲੇ ਸਮੇਂ ਦੀ ਨੇਕ ਕਮਾਈ ਦੇ ਲੇਖਾ, ਸੰਸਕਾਰਾਂ ਦਾ ਲੇਖਾ ਉਗੜਦਾ ਹੈ। ਜਿਨ੍ਹਾਂ ਮਨੁੱਖਾਂ ਦੇ ਪਿਛਲੇ ਸਮੇਂ ਦੀ ਨੇਕ ਕਮਾਈ ਦੇ ਸੰਸਕਾਰਾਂ ਦਾ ਲੇਖਾ ਉਗੜਦਾ ਹੈ, ਉਹ ਮਨੁੱਖ ਪ੍ਰਭੂ ਦੇ ਗੁਣਾਂ ਦੇ ਖਜ਼ਾਨੇ ਨੂੰ ਯਾਦ ਰੱਖਦੇ ਨੇ। ਉਹ ਹਮੇਸ਼ਾ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ, ਸੋਚ ਦੇ ਅੰਦਰ ਵਸਾਈ ਰੱਖਦੇ ਨੇ, ਕਿਉਂਕਿ ਉਹਨਾਂ ਦੇ ਅੰਦਰੋਂ ਉਹ ਸੰਸਕਾਰ ਲਗਾਤਾਰ ਪੈਦਾ ਹੋ ਰਹੇ ਨੇ। ਜਿਵੇਂ ਆਪਾਂ ਪਹਿਲਾਂ ਬਹੁਤ ਵਾਰ ਵਿਚਾਰ ਕਰ ਚੁੱਕੇ ਹਾਂ, ਔਰ ਇੱਕ ਯੂਨੀਵਰਸਲ ਟਰੁੱਥ ਵੀ ਹੈ, ਜੈਸੇ ਕੋਈ ਸੰਸਕਾਰ ਪੈਦਾ ਕਰ ਲੈਂਦਾ ਹੈ, ਜੈਸਾ ਕੋਈ ਸੁਭਾਅ ਬਣਾ ਲੈਂਦਾ ਹੈ, ਵੈਸੀ ਹੀ ਉਹਦੀ ਜ਼ਿੰਦਗੀ ਬਣ ਜਾਂਦੀ ਹੈ, ਗੁਣਾਂ ਵਾਲੀ ਜਾਂ ਔਗੁਣਾਂ ਵਾਲੀ। ਇਹ ਅਸੀਂ ਸਮਾਜ ਦੇ ਅੰਦਰ ਚਾਰ ਚੁਫੇਰੇ ਵੇਖਦੇ ਹਾਂ। ਕਈਆਂ ਲੋਕਾਂ ਦਾ ਸੁਭਾਅ ਬੜਾ ਨੈਗੇਟਿਵ ਹੁੰਦਾ ਹੈ, ਹਮੇਸ਼ਾ ਉਹ ਨੈਗੇਟਿਵ ਬੋਲਣਗੇ। ਲੇਕਿਨ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਨਜ਼ਰੀਆ ਬੜਾ ਪੋਜ਼ਿਟਿਵ ਹੈ, ਹਮੇਸ਼ਾ ਪੋਜ਼ਿਟਿਵ ਬੋਲਦੇ ਨੇ, ਖੁਸ਼ ਰਹਿੰਦੇ ਨੇ। ਕਈ ਲੋਕ ਐਸੇ ਨੇ ਜਿੱਥੇ ਵੀ ਜਾਣਗੇ ਉੱਥੇ ਖੁਸ਼ੀਆਂ ਪੈਦਾ ਕਰਨਗੇ, ਤੇ ਕਈ ਲੋਕਾਂ ਦਾ ਸੁਭਾਅ ਐਸਾ ਹੁੰਦਾ ਹੈ ਜਿੱਥੇ ਵੀ ਜਾਣਗੇ ਉਹ ਮਾਹੌਲ ਦੇ ਅੰਦਰ ਕਲੇਸ਼ ਪੈਦਾ ਕਰ ਦੇਣਗੇ। ਸੁਭਾਅ ਹੈ ਨਾ, ਜੈਸੇ ਅੰਦਰ ਲੇਖ ਲਿਖੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਅੰਦਰ ਸ਼ੁਭ ਸੰਸਕਾਰ ਪੈਦਾ ਕੀਤੇ ਨੇ, ਉਹ ਪ੍ਰਭੂ ਦੇ ਗੁਣਾਂ ਨੂੰ ਹਮੇਸ਼ਾ ਹਮੇਸ਼ਾ ਯਾਦ ਰੱਖਦੇ ਨੇ। ਨਾਨਕ ਗੁਰ ਸਰਣਾਗਤੀ ਮਰੈ ਨਾ ਆਵੇ ਜਾਏ। ਜਿਹੜਾ ਮਨੁੱਖ ਗੁਰੂ ਦੀ ਸ਼ਰਣੀ ਪੈਂਦਾ ਹੈ, ਨਾਨਕ ਗੁਰ ਸ਼ਰਨਾਗਤੀ, ਜੋ ਗੁਰੂ ਦੀ ਸ਼ਰਣੀ ਪੈਂਦਾ ਹੈ, ਮਰੇ ਨਾ ਆਵੇ ਜਾਏ। ਮਰੇ ਨਾ ਦਾ ਮਤਲਬ ਉਹ ਮਰਦਾ ਨਹੀਂ, ਯਾਨੀ ਉਹ ਆਤਮਿਕ ਮੌਤ ਤੇ ਨਹੀਂ ਮਰਦਾ। ਇੱਥੇ ਸਰੀਰਕ ਮੌਤ ਦੀ ਗੱਲ ਨਹੀਂ ਹੈ। ਸਰੀਰਕ ਮੌਤ ਤੇ ਹਰ ਕਿਸੇ ਨੂੰ ਮਰਨਾ ਹੀ ਪੈਣਾ ਹੈ, ਇਹ ਤਾਂ ਇੱਕ ਅਟਲ ਸੱਚਾਈ ਹੈ। ਪਰ ਅਸਲੀ ਮੌਤ ਤਾਂ ਜ਼ਮੀਰ ਦਾ ਔਰ ਇਨਸਾਨੀਅਤ ਦਾ ਮਰ ਜਾਣਾ ਹੈ। ਜਦੋਂ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਉਦੋਂ ਬੰਦਾ ਖਤਮ ਹੋ ਜਾਂਦਾ। ਇਸ ਲਈ ਜੋ ਗੁਰੂ ਦੀ ਸ਼ਰਨ ਵਿੱਚ ਪੈਂਦਾ ਹੈ, ਮਰੇ ਨਾ, ਉਹ ਜਿਹੜਾ ਹੈ ਆਤਮਿਕ ਮੌਤ ਤੇ ਨਹੀਂ ਮਰਦਾ।
ਨਾ ਆਵੇ ਜਾਏ ਦਾ ਮਤਲਬ ਭਟਕਦਾ ਨਹੀਂ, ਭਟਕਣਾ ਵਿੱਚ ਨਹੀਂ ਪੈਂਦਾ। ਨਾ ਤੇ ਉਹ ਸੱਚ ਨੂੰ ਛੱਡ ਕੇ ਕਿਤੇ ਹੋਰ ਰਾਹਾਂ ਤੇ ਭਟਕਦਾ ਹੈ, ਨਾ ਉਹਦਾ ਮਨ ਭਟਕਣਾ ਵਿੱਚ ਪੈਂਦਾ ਹੈ, ਨਾ ਹੀ ਉਹ ਆਤਮਕ ਮੌਤੇ ਮਰਦਾ ਹੈ, ਉਹਨੂੰ ਸदैਵੀ ਜੀਵਨ ਮਿਲ ਜਾਂਦਾ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਕਰਕੇ ਉਤਪत्ति ਲੈਤਾ ਪਾਲਣਾ ਔਰ ਸੰਚਾਲਨ ਹੋ ਰਿਹਾ ਹੈ। ਸਤ ਦਾ ਮਤਲਬ ਉਹ ਸदैव ਹੈ, ਕਦੇ ਖਤਮ ਹੋਣ ਵਾਲਾ ਨਹੀਂ, ਅਵਿਨਾਸ਼ੀ ਹੈ। ਗੁਰ ਪ੍ਰਸਾਦ ਤੋਂ ਭਾਵ ਗੁਰੂ ਦੀ ਰਹਿਮਤ ਬਖਸ਼ਿਸ਼ ਰਾਹੀਂ, ਗੁਰੂ ਦੇ ਗਿਆਨ ਰਾਹੀਂ ਐਸੇ ਪ੍ਰਭੂ ਦੀ ਸੂਝ ਔਰ ਸਮਝ ਆਉਂਦੀ ਹੈ। ਸ੍ਰੀ ਰਾਗ ਮਹਿਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆਂ। ਘਰ ਪਹਿਲਾ, ਘਰ ਦੇ ਕਈ ਸਾਰੇ ਅਰਥ ਨੇ, ਇਹਦੇ ਬਾਰੇ ਅਸੀਂ ਪਹਿਲਾਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ। ਤੇ ਘਰ ਦਾ ਮਤਲਬ ਹੁੰਦਾ ਹੈ, ਜਿਵੇਂ ਘਰ ਪਹਿਲਾ ਹੈ ਨਾ, ਇਹ ਸੰਗੀਤ ਦੇ ਨਾਲ ਸੰਬੰਧ ਰੱਖਦਾ ਹੈ। ਇਸ ਦਾ ਮਤਲਬ ਹੈ ਤਾਲੀ। ਜਿਸ ਤਾਲ ਦੇ ਅੰਦਰ ਜਿੰਨੀਆਂ ਤਾਲੀਆਂ ਹੋਣ ਨਾ, ਉਹਨੂੰ ਘਰ ਕਹਿੰਦੇ ਨੇ। ਜਿਵੇਂ ਘਰ ਪਹਿਲਾ ਤਾਂ ਇਸ ਤਾਲ ਦੇ ਅੰਦਰ ਇੱਕ ਤਾਲੀ ਹੈ, ਜਿਵੇਂ ਘਰ ਤੀਜਾ ਤਾਂ ਉਹਦੇ ਅੰਦਰ 3 ਤਾਲੀਆਂ ਹੋਣਗੀਆਂ। ਅਸ਼ਟਪਦੀਆਂ ਦਾ ਮਤਲਬ 8 ਬੰਦਾਂ ਵਾਲੇ ਸ਼ਬਦ। ਸ੍ਰੀ ਰਾਗ ਮਹਿਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆਂ। ਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਿਦਾਇਤ ਕੀਤੀ ਹੈ। ਆਖ ਆਖ ਮਨ ਵਾਵਣਾ, ਜਿਉਂ ਜਿਉਂ ਜਾਪੈ ਵਾਏ। ਆਖ ਆਖ ਦਾ ਮਤਲਬ ਆਖ ਆਖ ਕੇ। ਵਾਵਣਾ ਦਾ ਮਤਲਬ ਹੁੰਦਾ ਹੈ ਵਜਾਣਾ। ਵਜਾਣ ਦਾ ਮਤਲਬ ਹਰੀ ਦੇ ਗੁਣ ਗਾਣੇ। ਜਿਉਂ ਜਿਉਂ ਦਾ ਮਤਲਬ ਜਿਵੇਂ ਜਿਵੇਂ, ਜਾਪੈ ਦਾ ਮਤਲਬ ਜਾਣਦਾ ਹੈ, ਸਾਂਝ ਪਾ ਲੈਂਦਾ ਹੈ, ਜਾਣ ਲਈਦਾ ਹੈ, ਸਮਝ ਆ ਜਾਂਦੀ ਹੈ। ਵਾਏ ਦਾ ਮਤਲਬ ਵਜਾ ਕੇ, ਬੋਲ ਕੇ। ਵਾਏ ਦਾ ਮਤਲਬ ਬੋਲਣਾ। ਤਾਂ ਜਿਉਂ-ਜਿਉਂ ਕਿਸੇ ਜੀਵ ਨੂੰ ਪ੍ਰਭੂ ਦੇ ਗੁਣ ਬੋਲਣ ਦੀ ਸਮਝ ਆਉਂਦੀ ਹੈ, ਆਖ ਆਖ ਮਨ ਵਾਵਣਾ, ਵਾਹਿਗੁਰੂ ਨੂੰ ਯਾਦ ਕਰ ਕਰਕੇ ਮਨ ਵਾਜੇ ਨੂੰ ਵਜਾਈਦਾ, ਵਜਾਣਾ ਚਾਹੀਦਾ, ਹਰੀ ਦੇ ਗੁਣ ਗਾਣੇ ਚਾਹੀਦੇ ਨੇ। ਜਿਉਂ-ਜਿਉਂ ਜਾਪੇ ਵਾਏ ਦਾ ਮਤਲਬ ਜਿਵੇਂ ਜਿਵੇਂ ਉਹਦੀ ਵਡਿਆਈ ਦਾ ਪਤਾ ਲੱਗਦਾ ਹੈ, ਤਿਉਂ-ਤਿਉਂ ਬੰਦਾ ਹੋਰ, ਵਾਏ ਦਾ ਮਤਲਬ ਹੋਰ ਮਨ ਨੂੰ ਵਜਾਉਂਦਾ ਹੈ, ਹੋਰ ਹੋਰ ਸਿਫਤ ਸਲਾਹ ਕਰਦਾ ਹੈ। ਆਖ ਆਖ ਮਨ ਵਾਵਣਾ, ਪ੍ਰਭੂ ਦੀ ਸਿਫਤ ਸਲਾਹ ਕਰਕੇ ਮਨ ਰੂਪ ਵਾਜੇ ਨੂੰ ਵਜਾਣਾ ਚਾਹੀਦਾ ਹੈ, ਮਤਲਬ ਰੱਬੀ ਗੁਣ ਗਾਣੇ ਚਾਹੀਦੇ ਨੇ। ਜਿਵੇਂ ਜਿਵੇਂ ਬੰਦਾ ਰੱਬੀ ਗੁਣ ਗਾਉਂਦਾ ਹੈ, ਤਿਵੇਂ ਤਿਵੇਂ ਇਹਨੂੰ ਰੱਬੀ ਗੁਣਾਂ ਦੀ ਸੂਝ ਔਰ ਸਾਰ ਅਤੇ ਕਦਰ ਦੀ ਸਮਝ ਆਉਂਦੀ ਹੈ। ਜਿਸ ਨੂੰ ਵਾਏ ਸੁਣਾਈ ਹੈ, ਸੋ ਕੇਵਡ ਕਿਤ ਥਾਏ। ਹੁਣ ਜਿਸ ਪ੍ਰਭੂ ਨੂੰ ਬੋਲ ਕੇ ਸੁਣਾਈਦਾ, ਭਾਵ ਜਿਸ ਦੇ ਗੁਣ ਬੋਲ ਕੇ ਅਸੀਂ ਦੂਜਿਆਂ ਨੂੰ ਸੁਣਾ ਰਹੇ ਹਾਂ। ਜਿਵੇਂ ਮੈਂ ਗੁਰਬਾਣੀ ਦੀ ਵਿਚਾਰ ਕਰਕੇ ਤੁਹਾਨੂੰ ਸੁਣਾ ਰਿਹਾ, ਜੇ ਤੁਹਾਡੇ ਵਿੱਚੋਂ ਕੋਈ ਗੁਰਬਾਣੀ ਦੀ ਵਿਚਾਰ ਸੁਣਾਏ ਤਾਂ ਉਹ ਸੁਣਾਉਣ ਵਾਲਾ ਹੋ ਗਿਆ ਦੂਜੇ ਨੂੰ ਸੁਣਾਉਣਾ। ਜਿਸ ਨੂੰ ਵਾਏ ਸੁਣਾਈ ਹੈ, ਜਿਸ ਪ੍ਰਭੂ ਨੂੰ ਜਾਂ ਜਿਸ ਪ੍ਰਭੂ ਦੇ ਗੁਣ ਬੋਲ ਬੋਲ ਕੇ ਦੂਜਿਆਂ ਨੂੰ ਸੁਣਾਈ ਦੇ ਨੇ, ਸੋ ਕੇਵਡ ਕਿਤ ਥਾਏ, ਉਸ ਦੀ ਬਾਬਤ ਇਹ ਪਤਾ ਨਹੀਂ ਲੱਗਦਾ ਕਿ ਉਹ ਕਿੱਡਾ ਵੱਡਾ ਹੈ, ਔਰ ਉਹ ਕਿੱਡਾ ਵੱਡਾ ਹੈ ਔਰ ਕਿਸ ਥਾਂ ਤੇ ਨਿਵਾਸ ਰੱਖਦਾ ਹੈ। ਉਹਦੇ ਨਾਲ ਇਹ ਸਮਝ ਨਹੀਂ ਹੁੰਦੀ ਕਿ ਕਿੱਡਾ ਵੱਡਾ ਹੈ, ਉਹਦਾ ਥਾਂ ਜਿੱਥੇ ਉਹ ਵਸ ਰਿਹਾ ਹੈ, ਉਹ ਥਾਂ ਕੈਸਾ ਹੈ। ਯਾਨੀ ਪ੍ਰਭੂ ਦੇ ਗੁਣ ਗਾ ਗਾ ਕੇ ਜਦੋਂ ਅਸੀਂ ਦੂਜੇ ਨੂੰ ਸੁਣਾਉਂਦੇ ਹਾਂ, ਤਾਂ ਉਹਦਾ ਮਤਲਬ ਇਹ ਨਹੀਂ ਕਿ ਮੈਂ ਉਹਦਾ ਅੰਤ ਪਾ ਲਿਆ ਹੈ, ਉਹਦਾ ਅੰਤ ਨਹੀਂ ਪਾਇਆ ਜਾਂਦਾ। ਤੇ ਕਿਤ ਥਾਂ ਦਾ ਮਤਲਬ ਜਿਸ ਥਾਂ ਤੇ ਵਸਦਾ ਹੈ, ਉਹ ਥਾਂ ਕਿੱਡਾ ਮਹਾਨ ਹੈ। ਜਿਹੜੀ ਸੋਚ ਦੇ ਅੰਦਰ ਪ੍ਰਭੂ ਵਸ ਜਾਂਦਾ ਹੈ, ਉਹ ਸੋਚ ਕਿੱਡੀ ਕੁ ਮਹਾਨ ਹੋ ਜਾਂਦੀ ਹੈ, ਉਹਦਾ ਵੀ ਅੰਤ ਨਹੀਂ ਪਾਇਆ ਜਾਂਦਾ। ਆਖਣ ਵਾਲੇ ਜਿਤੜੇ ਸਭ ਆਖ ਰਹੇ ਲਿਵ ਲਾਏ। ਲਿਵ ਲਾਏ ਦਾ ਮਤਲਬ ਲਗਨ ਲਗਾ ਕੇ, ਸਮਾਧੀਆਂ ਲਾ ਕੇ, ਯਤਨ ਕਰ ਕਰਕੇ। ਜਿਤੜੇ ਦਾ ਮਤਲਬ ਜਿੰਨੇ ਵੀ, ਰਹਿ ਦਾ ਮਤਲਬ ਰਹਿ ਗਏ, ਖਤਮ ਹੋ ਗਏ, ਥੱਕ ਗਏ। ਸਾਰੇ ਬਿਆਨ ਕਰ ਕਰਕੇ ਥੱਕ ਜਾਂਦੇ ਨੇ। ਪ੍ਰਭੂ ਦੇ ਵਿੱਚ ਸੁਰਤ ਜੋੜ ਜੋੜ ਕੇ, ਰੱਬੀ ਗੁਣਾਂ ਨੂੰ ਬਿਆਨ ਬਿਆਨ ਕਰ ਕਰਕੇ ਸਾਰੇ ਥੱਕ ਗਏ, ਲੇਕਿਨ ਉਹਦਾ ਅੰਤ ਨਹੀਂ ਪਾ ਸਕੇ। ਇੱਥੇ ਭਾਵ ਹੈ ਕਿ ਅਨੰਤ ਲੋਕ ਰੱਬੀ ਗੁਣਾਂ ਨੂੰ ਗਾ ਰਹੇ ਨੇ, ਉਹਦਾ ਅੰਤ ਪਾਉਣ ਦਾ ਯਤਨ ਕਰ ਰਹੇ ਨੇ, ਲੇਕਿਨ ਸਾਰੇ ਹੀ ਸੁਰਤਾਂ ਜੋੜ ਜੋੜ ਕੇ, ਲਿਵ ਲਗਾ ਲਗਾ ਕੇ, ਯਤਨ ਕਰ ਕਰਕੇ
ਆਖਿਰ ਹਾਰ ਜਾਂਦੇ ਨੇ, ਥੱਕ ਜਾਂਦੇ ਨੇ, ਪਰ ਉਹਦਾ ਅੰਤ ਨਹੀਂ ਪੈਂਦਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਗੁਣਾਂ ਦਾ ਉਚਾਰਨ ਨਹੀਂ ਕਰਨਾ ਜਾਂ ਗੁਣਾਂ ਦੇ ਧਾਰਨੀ ਨਹੀਂ ਹੋਣਾ। ਭਾਵ ਇਹ ਹੈ ਕਿ ਅਨੰਤ ਅਨੰਤ ਗੁਣ ਨੇ, ਉਹਦਾ ਅੰਤ ਨਹੀਂ ਪਾਇਆ ਜਾਂਦਾ। ਰੱਬੀ ਗੁਣਾਂ ਨੂੰ ਗਾਣਾ ਹੈ, ਰੱਬੀ ਗੁਣਾਂ ਦੇ ਧਾਰਨੀ ਹੋਣਾ ਹੈ ਔਰ ਆਨੰਦ ਮਾਣਨਾ ਹੈ। ਜਿਵੇਂ ਜਿਵੇਂ ਕੋਈ ਇਸ ਮਨ ਵਾਜੇ ਨੂੰ ਪ੍ਰਭੂ ਦੀ ਸਿਫਤ ਸਲਾਹ ਦੇ ਅੰਦਰ ਵਜਾਏਗਾ, ਤਿਵੇਂ ਤਿਵੇਂ ਉਹਨੂੰ ਰੱਬੀ ਗੁਣਾਂ ਦੀ ਸੂਝ ਔਰ ਸਮਝ ਪਵੇਗੀ ਔਰ ਉਹਦੇ ਜੀਵਨ ਦੇ ਅੰਦਰ ਆਨੰਦ ਔਰ ਸੁਖ ਪ੍ਰਸੰਨਤਾ ਖੇੜਾ ਵੱਧਦਾ ਚਲਾ ਜਾਏਗਾ। ਬਾਬਾ ਅੱਲਾਹ ਅਗਮ ਅਪਾਰ। ਬਾਬਾ ਦਾ ਮਤਲਬ ਹੈ ਭਾਈ, ਅੱਲਾਹ ਦਾ ਮਤਲਬ ਰੱਬ, ਅਗਮ ਦਾ ਮਤਲਬ ਅਪਹੁੰਚ, ਜਿਸ ਤੱਕ ਪਹੁੰਚ ਨਾ ਹੋ ਸਕੇ, ਜਿਹਨੂੰ ਮੁਕੰਮਲ ਤੌਰ ਤੇ ਸਮਝਿਆ ਨਾ ਜਾ ਸਕੇ। ਅਪਾਰ ਦਾ ਮਤਲਬ ਪਾਰ ਤੋਂ ਰਹਿਤ। हे ਭਾਈ, ਪ੍ਰਭੂ ਦੇ ਗੁਣਾਂ ਤੱਕ ਪਹੁੰਚ ਨਹੀਂ ਹੋ ਸਕਦੀ, ਯਾਨੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਪਾਰਲਾ ਬੰਨਾ ਨਹੀਂ ਲੱਭਿਆ ਜਾ ਸਕਦਾ। ਅਗੰਮ ਹੈ, ਪਹੁੰਚ ਤੋਂ ਪਰੇ ਹੈ, ਔਰ ਉਹਦਾ ਉਰਲਾ ਔਰ ਪਾਰਲਾ ਬੰਨਾ ਨਹੀਂ ਹੈ, ਹੱਦ ਬੰਨਾ ਨਹੀਂ ਹੈ। ਦੇਖੋ ਸਾਨੂੰ ਇਥੋਂ ਕਿਹੜੀ ਵੱਡੀ ਪੋਜ਼ਿਟਿਵ ਥਿੰਕਿੰਗ ਮਿਲ ਰਹੀ ਹੈ ਕਿ ਅਨੰਤ ਗੁਣ ਨੇ ਜਿਹਦਾ ਉਰਲਾ ਔਰ ਪਰਲਾ ਬੰਨਾ ਹੈ ਹੀ ਨਹੀਂ। ਇਹਦਾ ਮਤਲਬ ਅਸੀਂ ਆਪਣੀ ਸ਼ਖਸੀਅਤ ਦੇ ਅੰਦਰ ਅਨੰਤ ਵਿਕਾਸ ਕਰ ਸਕਦੇ ਹਾਂ। ਇਹ ਪੋਸੀਬਿਲਿਟੀ ਹੈ। ਜਿੰਨੇ ਮਰਜ਼ੀ ਚੰਗੇ ਬਣਦੇ ਚਲੇ ਜਾਓ, ਜਿੰਨੇ ਮਰਜ਼ੀ ਚੰਗੇ ਕੰਮ ਕਰੀ ਜਾਓ, ਜਿੰਨੇ ਮਰਜ਼ੀ ਗੁਣਾਂ ਦੇ ਧਾਰਨੀ ਹੋਈ ਜਾਓ, ਵਿਕਾਸ ਵਾਸਤੇ ਬਹੁਤ ਵੱਡੀ ਫੀਲਡ ਹੈ। ਅਨੰਤ ਅਨੰਤ ਸੰਭਾਵਨਾਵਾਂ ਨੇ ਔਰ ਉਹ ਸੰਭਾਵਨਾਵਾਂ ਹਰ ਮਨੁੱਖ ਦੇ ਅੰਦਰ ਨੇ। ਉਹਨਾਂ ਨੂੰ ਪਹਿਚਾਨਣ ਦੀ ਜ਼ਰੂਰਤ ਹੈ ਔਰ ਗੁਰਬਾਣੀ ਤੇ ਅਮਲ ਕਰਨ ਦੀ ਲੋੜ ਹੈ। ਪਾਕੀ ਨਾਈ ਪਾਕ ਥਾਏ ਸੱਚਾ ਪਰਵਦਿਗਾਰ ਰਹਾਓ। ਅਪਾਰ, ਅੱਛਾ, ਪਾਕੀ ਨਾਈ, ਪਾਕੀ ਦਾ ਮਤਲਬ ਪਵਿੱਤਰ ਤੇ ਨਾਈ ਦਾ ਮਤਲਬ ਹੈ ਵਡਿਆਈ। ਨਾਈ ਦਾ ਮਤਲਬ ਹੈ ਸ਼ੋਭਾ, ਥਾਏ ਦਾ ਮਤਲਬ ਥਾਂ, ਪਰਵਤਗਾਰ ਦਾ ਮਤਲਬ ਪਾਲਣਾ ਕਰਨ ਵਾਲਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਵਡਿਆਈ ਪਵਿੱਤਰ ਹੈ, ਉਹ ਥਾਂ ਪਵਿੱਤਰ ਹੈ ਜਿੱਥੇ ਉਹ ਸ਼ੋਭ ਰਿਹਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ ਔਰ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਪ੍ਰਭੂ ਦੀ ਵਡਿਆਈ, ਪ੍ਰਭੂ ਦੀ ਸਿਫਤ ਸਲਾਹ ਪਵਿੱਤਰ ਹੈ ਔਰ ਜਿੱਥੇ ਉਹ ਸ਼ੋਭ ਰਿਹਾ ਹੈ, ਜਿਸ ਸੋਚ ਦੇ ਅੰਦਰ ਉਹ ਆਵਸਥ ਹੈ, ਜਿਸ ਸੋਚ ਅੰਦਰ ਪ੍ਰਭੂ ਦੀ ਸਿਫਤ ਸਲਾਹ ਵਸ ਜਾਂਦੀ ਹੈ, ਉਹ ਸੋਚ, ਉਹ ਥਾਂ ਵੀ ਮਹਾਨ ਔਰ ਪਵਿੱਤਰ ਹੋ ਜਾਂਦਾ ਹੈ। ਉਹ ਸੱਚਾ ਹੈ, ਪਾਲਣਾ ਕਰਨ ਵਾਲਾ ਹੈ, ਉਹਦੀ ਸ਼ੋਭਾ ਸੱਚੀ ਹੈ, ਜਿਸ ਥਾਂ ਤੇ ਜਾ ਬਿਰਾਜਦਾ ਹੈ ਉਹ ਥਾਂ ਸੱਚਾ ਹੈ। ਤੇਰਾ ਹੁਕਮ ਨਾ ਜਾਪੀ ਕੀਤੜਾ, ਲਿਖ ਨਾ ਜਾਣੇ ਕੋਈ। ਕੀਤੜਾ ਦਾ ਮਤਲਬ ਕਿਹੜਾ ਵੱਡਾ, ਅਟਲ। ਲਿਖ ਨਾ ਜਾਣੇ ਦਾ ਮਤਲਬ ਉਹਨੂੰ ਕੋਈ ਬਿਆਨ ਨਹੀਂ ਕਰ ਸਕਦਾ ਲਿਖ ਲਿਖ ਕੇ, ਉਹਨੂੰ ਕੋਈ ਲਿਖਤ ਤੇ ਰਾਹੀਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਗੱਲਾਂ ਨਾਲ ਤਾਂ ਨਹੀਂ ਕਰ ਸਕਦਾ ਤੇ ਮੈਂ ਲਿਖੀ ਜਾਵਾਂ ਔਰ ਲਿਖ ਲਿਖ ਕੇ ਰੱਬੀ ਹੁਕਮ ਨੂੰ ਜਾਂ ਲਾ ਆਫ ਨੇਚਰ ਨੂੰ, ਕੁਦਰਤ ਦੇ ਨਿਯਮਾਂ ਨੂੰ, ਰੱਬੀ ਗੁਣਾਂ ਨੂੰ ਲਿਖ ਦਿਆਂ ਕਿ ਐਨੇ ਐਨੇ ਨੇ। ਐਸਾ ਨਹੀਂ ਕਦੇ ਹੋਏਗਾ। हे ਪ੍ਰਭੂ, ਕਿਸੇ ਨੂੰ ਇਹ ਸਮਝ ਨਹੀਂ ਪਈ ਕਿ ਤੇਰਾ ਹੁਕਮ ਕਿੰਨਾ ਵੱਡਾ ਅਟਲ ਹੈ ਔਰ ਕੋਈ ਵੀ ਤੇਰੇ ਹੁਕਮ ਨੂੰ ਬਿਆਨ ਨਹੀਂ ਕਰ ਸਕਿਆ, ਭਾਵ ਅੰਤ ਨਹੀਂ ਪਾ ਸਕਿਆ ਕਿ ਤੇਰਾ ਹੁਕਮ ਕਿਹੜਾ ਮਹਾਨ ਹੈ ਔਰ ਤੇਰੇ ਹੁਕਮ ਦੇ ਅੰਦਰ ਕੀ ਕੁਝ ਹੋਇਆ ਹੈ, ਹੋ ਰਿਹਾ ਹੈ ਔਰ ਅੱਗੇ ਹੁੰਦਾ ਰਹੇਗਾ। ਅਨੰਤ ਹੈ ਤੇਰਾ ਹੁਕਮ, ਉਹਨੂੰ ਲਿਖਤ ਰਾਹੀਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਭਾਵ ਅੰਤ ਨਹੀਂ ਪਾਇਆ ਜਾ ਸਕਦਾ। ਤਾਂ ਇੱਥੋਂ ਸਾਨੂੰ ਇੱਕ ਬੜੀ ਮਹਾਨ ਦਾਤ ਮਿਲਦੀ ਹੈ ਕਿ ਰੱਬੀ ਹੁਕਮ ਦਾ ਕੋਈ ਅੰਤ ਨਹੀਂ ਹੈ। ਤੇ ਹੁਕਮ ਦਾ ਮਤਲਬ ਰਜ਼ਾ ਪਾਣਾ, ਲੇਖ। ਹੁਕਮ ਦਾ ਮਤਲਬ ਸਿਸਟਮ, ਲਾ ਆਫ ਨੇਚਰ, ਜੋ ਕੁਦਰਤ ਦੇ ਨਿਯਮ ਨੇ, ਇਹਨਾਂ ਦਾ ਕੋਈ ਅੰਤ ਨਹੀਂ ਹੈ। ਹੁਣ ਤੱਕ ਸਾਇੰਸ ਨੇ ਬਹੁਤ ਵੱਡੀਆਂ ਖੋਜਾਂ ਕੀਤੀਆਂ ਨੇ, ਤਾਂ ਇਹ ਖੋਜਾਂ ਦਾ ਅੰਤ ਨਹੀਂ ਹੈ। ਅਨੰਤ ਅਨੰਤ ਖੋਜਾਂ ਹੋਰ ਕੀਤੀਆਂ ਜਾ ਸਕਦੀਆਂ ਨੇ, ਕੀਤੀਆਂ ਜਾ ਰਹੀਆਂ ਨੇ, ਕੀਤੀਆਂ ਜਾਣਗੀਆਂ। ਯਾਨੀ ਇਹ ਅਨੰਤ ਫੀਲਡ ਹੈ, ਜਿੰਨਾ ਮਰਜ਼ੀ ਬੰਦਾ ਵਿਕਾਸ ਕਰ ਸਕਦਾ ਹੈ, ਅਨੰਤ ਵਿਕਾਸ ਕਰ ਸਕਦਾ ਹੈ। ਇਹਦਾ ਕੋਈ ਅੰਤ ਨਹੀਂ ਹੈ, ਤੇਰੇ ਹੁਕਮ ਦਾ ਅੰਤ ਨਹੀਂ। ਜੇ 100 ਸ਼ਾਇਰ ਮੇਲੀਆਂ ਹੈ, ਤਿਲ ਨਾ ਪੁਜਾਵੇਂ ਰੋਏ। ਇੱਥੇ ਸ਼ਾਇਰ ਨਹੀਂ ਪੜਨਾ, ਇੱਥੇ ਸੱਸੇ ਦੇ ਪੈਰ ਥੱਲੇ ਬਿੰਦੀ ਲਾ ਕੇ ਪੜਨਾ ਹੈ ਸ਼ਾਇਰ।
ਕਿਉਂਕਿ ਇੱਥੇ ਸ਼ਾਇਰ ਦਾ ਮਤਲਬ ਹੈ ਕਵੀ। ਤੇ ਜਦੋਂ ਅਸੀਂ ਸ਼ਾਇਰ ਪੜ੍ਹਦੇ ਹਾਂ, ਸ਼ਾਇਰ ਦਾ ਮਤਲਬ ਹੁੰਦਾ ਹੈ ਸਮੁੰਦਰ। ਜੇ ਪੈਰ ਥੱਲੇ ਬਿੰਦੀ ਨਹੀਂ ਲਾਓਗੇ ਸ਼ਾਇਰ, ਉਹਦਾ ਮਤਲਬ ਸਮੁੰਦਰ। ਜਿਵੇਂ ਸ਼ਾਇਰ ਕੀ ਪੁੱਤਰੀ ਲక్ష్ਮੀ ਸਮੁੰਦਰ ਦੀ ਪੁੱਤਰੀ, ਇੱਥੇ ਹੈ ਸ਼ਾਇਰ। ਜੇ 100 ਸ਼ਾਇਰ ਮੇਲੀਏ ਦਾ ਮਤਲਬ ਜੇ ਸੈਂਕੜੇ ਕਵੀ ਇਕੱਠੇ ਕਰ ਲੈ ਜਾਣ, ਤਿਲ ਨਾ ਪੁਜਾਵੇਂ ਤਾਂ ਤਿਲ ਜਿੰਨਾ ਵੀ ਉਹ ਸ਼ੋਭਾ ਨਹੀਂ ਬਿਆਨ ਕਰ ਪੈਣਗੇ। ਰੋਏ ਦਾ ਮਤਲਬ ਰੋ ਕੇ, ਬਿਆਨ ਕਰਕੇ, ਖਾਪ ਕਰਕੇ, ਯਤਨ ਕਰ ਕਰਕੇ। ਰੋਏ ਦਾ ਮਤਲਬ ਕਠਿਨ ਯਤਨ ਕਰ ਕਰਕੇ। ਜੇ ਸੈਂਕੜੇ ਕਵੀ ਵੀ ਇਕੱਠੇ ਕਰ ਲੈ ਜਾਣ ਤਾਂ ਵੀ ਉਹ ਬਿਆਨ ਕਰਨ ਦਾ ਯਤਨ ਕਰ ਕਰਕੇ ਤੇਰੇ ਗੁਣਾਂ ਦੇ ਇੱਕ ਤਿਲ ਮਾਤਰ ਤੱਕ ਵੀ ਨਹੀਂ ਪਹੁੰਚ ਸਕੇ। ਜੇ ਸੈਂਕੜੇ ਕਵੀ ਇਕੱਠੇ ਕਰ ਲੈ ਜਾਣ, ਉਹ ਆਪਣੀਆਂ ਕਵਿਤਾਵਾਂ ਰਾਹੀਂ ਪ੍ਰਭੂ ਬਾਰੇ, ਰੱਬੀ ਗੁਣਾਂ ਬਾਰੇ, ਰੱਬੀ ਹੁਕਮ ਬਾਰੇ, ਸੰਸਾਰ ਬਾਰੇ, ਸੰਸਾਰ ਵਿੱਚ ਦਾਤਾਂ ਬਾਰੇ ਜੇ ਲਿਖਣ ਦਾ, ਬੋਲਣ ਦਾ ਯਤਨ ਕਰਨ ਤਾਂ ਉਹ ਸਿਰਫ ਤਿਲ ਮਾਤਰ ਵੀ ਨਹੀਂ ਹੋਏਗਾ। ਕੀਮਤ ਕਿਨੇ ਨਾ ਪਾਈਆ, ਸਭ ਸੁਣ ਸੁਣ ਆਖੇ ਸੋਏ। ਸੋਏ ਦਾ ਮਤਲਬ ਖਬਰ। ਜਿਵੇਂ ਅਸੀਂ ਕਹਿੰਦੇ ਨਾ ਕਨਸੋ ਮਿਲੀ ਹੈ ਮੈਨੂੰ, ਥੋੜੀ ਜਿਹੀ ਕਨਸੋ ਮਿਲੀ, ਕਨਸੋ ਸੋਏ ਖਬਰ। ਕੀਮਤ ਕਿਨੇ ਨਾ ਪਾਈ ਆ, ਕਿਸੇ ਵੀ ਜੀਵ ਨੇ ਤੇਰਾ ਮੁੱਲ ਨਹੀਂ ਪਾਇਆ, ਤੇਰਾ ਅੰਤ ਨਹੀਂ ਪਾਇਆ। ਸਾਰੇ ਜੀਵ ਤੇਰੀ ਬਾਬਤ ਦੂਜਿਆਂ ਤੋਂ ਸੁਣ ਸੁਣ ਕੇ ਆਖ ਰਹੇ ਨੇ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਸੁਣ ਸੁਣ ਕੇ ਵੱਡਾ ਕਹਿ ਰਹੇ ਨੇ, ਮੈਂ ਤੁਹਾਡੇ ਤੋਂ, ਤੁਸੀਂ ਮੇਰੇ ਤੋਂ। ਪਰ ਕਿਹੜਾ ਕੁ ਵੱਡਾ ਹੈ ਇਹ ਕਿਸੇ ਨੇ ਬਿਆਨ ਨਹੀਂ ਕੀਤਾ, ਕਿਉਂਕਿ ਉਹਦੇ ਅੰਤ ਨੂੰ ਕਿਸੇ ਨੇ ਜਾਣਿਆ ਹੋਵੇ ਤਾਂ ਹੀ ਕੋਈ ਬਿਆਨ ਕਰੇਗਾ ਨਾ। ਉਹਦੇ ਅੰਤ ਨੂੰ ਬਿਆਨ ਨਹੀਂ ਕਰ ਸਕੇ ਤਾਂ ਕਿਸੇ ਨੇ ਵੀ ਤੇਰਾ ਮੁੱਲ ਨਹੀਂ ਪਾਇਆ। ਸਾਰੇ ਜੀਵ ਤੇਰੀ ਬਾਬਤ ਇੱਕ ਦੂਜੇ ਤੋਂ ਸੁਣ ਸੁਣ ਕੇ ਹੀ ਤੇਰੀ ਸ਼ੋਭਾ ਕਹਿ ਰਹੇ ਨੇ, ਤੇਰੇ ਬਾਰੇ ਖਬਰ ਦੇ ਰਹੇ ਹਨ। ਪੀਰ ਪੈਗੰਬਰ ਸਾਲਕ ਸਾਦਕ ਸ਼ੋਹਦੇ ਔਰ ਸ਼ਹੀਦ। ਪੈਗੰਬਰ ਦਾ ਮਤਲਬ ਪੈਗੰਬਰ, ਸਾਲਕ ਦਾ ਮਤਲਬ ਹੁੰਦਾ ਹੈ ਰਸਤਾ ਵਿਖਾਉਣ ਵਾਲਾ, ਸਾਦਕ ਦਾ ਮਤਲਬ ਸਿਦਕ ਵਾਲੇ, ਸ਼ੋਹਦੇ ਦਾ ਮਤਲਬ ਮਸਤ ਫਕੀਰ। ਇਹਨੂੰ ਸੋਹਦੇ ਨਹੀਂ ਸ਼ੋਹਦੇ ਪੜਨਾ ਹੈ, ਬਿੰਦੀ ਪੈਰ ਥੱਲੇ ਲਾ ਕੇ ਸ਼ੋਹਦੇ। ਸ਼ੋਹਦੇ ਦਾ ਮਤਲਬ ਹੁੰਦਾ ਹੈ ਮਸਤ ਫਕੀਰ। ਤਾਂ ਇਸ ਦੁਨੀਆ ਤੇ ਅਨੇਕਾਂ ਪੀਰ ਪੈਗੰਬਰ, ਹੋਰਨਾਂ ਨੂੰ ਰਾਹ ਦੱਸਣ ਵਾਲੇ ਔਰ ਮਸਤ ਫਕੀਰ ਇਸ ਦੁਨੀਆ ਵਿੱਚ ਅਨੇਕਾਂ ਹੋ ਗੁਜ਼ਰੇ ਨੇ ਔਰ ਅਨੇਕਾਂ ਇਸ ਦੁਨੀਆ ਤੇ ਆਏ ਨੇ। ਸ਼ੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ। ਮਸਾਇਕ ਦਾ ਮਤਲਬ ਸ਼ੇਖ ਦਾ ਬਹੁਵਚਨ ਹੈ, ਮਸਾਇਕ ਦਾ ਮਤਲਬ ਅਨੇਕਾਂ ਸ਼ੇਖ। ਦਰ ਦਾ ਮਤਲਬ ਪ੍ਰਭੂ ਦੇ ਦਰ ਤੇ ਰਸੀਦ ਦਾ ਮੀਨਿੰਗ ਹੈ ਪਹੁੰਚੇ ਹੋਏ, ਅਪੜੇ ਹੋਏ। ਅਨੇਕਾਂ ਸ਼ੇਖ, ਕਾਜੀ, ਮੁੱਲਾ, ਤੇਰੇ ਦਰਵਾਜ਼ੇ ਤੱਕ ਪਹੁੰਚੇ ਹੋਏ ਦਰਵੇਸ਼ ਆਏ, ਯਾਨੀ ਅਨੇਕਾਂ ਲੋਕ ਆਏ ਜਿਨ੍ਹਾਂ ਦੀ ਤੇਰੇ ਦਰ ਤੱਕ ਪਹੁੰਚ ਹੋਈ, ਜੋ ਤੇਰੇ ਅੰਦਰ ਸਮਾਏ। ਬਰਕਤ ਤਿੰਨ ਕੋ ਅਗਲੀ, ਪੜਦੇ ਰਹਿਣ ਦਰੂਦ। ਅਗਲੀ ਦਾ ਮਤਲਬ ਬਹੁਤ ਜ਼ਿਆਦਾ। ਇਹ ਦਰੂਦ ਕਹਿੰਦੇ ਨੇ ਨਮਾਜ਼ ਪੜਨ ਤੋਂ ਬਾਅਦ ਜੋ ਮੁਸਲਮਾਨ ਵੀਰ ਦੁਆ ਮੰਗਦੇ ਨੇ। ਨਮਾਜ਼ ਪੜ੍ਹ ਕੇ, ਨਮਾਜ਼ ਪੜਨ ਤੋਂ ਬਾਅਦ ਦੁਆ ਮੰਗਦੇ ਨੇ, ਉਹਨੂੰ ਕਹਿੰਦੇ ਨੇ ਦਰੂਦ। ਦੁਆ ਕਰਦੇ ਨੇ, ਦੁਆ ਮੰਗਦੇ ਨੇ ਵੀ ਲੋਕਾਂ ਦਾ ਭਲਾ ਜਾਂ ਜੋ ਵੀ ਦੁਆ ਮੰਗਦੇ। ਤਾਂ ਹੈ ਪ੍ਰਭੂ, ਇਹਨਾਂ ਚੋਂ ਕਿਸੇ ਨੇ ਤੇਰਾ ਅੰਤ ਤਾਂ ਨਹੀਂ ਲੱਭਾ, ਪਰ ਬਰਕਤ ਤਿੰਨ ਕੋ ਅਗਲੀ, ਜਿਹੜੇ ਤੇਰੇ ਪਿਆਰੇ ਸਨ ਉਹਨਾਂ ਨੂੰ ਇੱਕ ਬੜੀ ਵੱਡੀ ਬਰਕਤ ਮਿਲੀ, ਉਹਨਾਂ ਦੇ ਭਾਗ ਜਾਗੇ। ਉਹ ਕਿਹੜੀ ਬਰਕਤ ਸੀ? ਪੜ੍ਹਦੇ ਰਹਿਣ ਦਰੂਦ ਦਾ ਮਤਲਬ ਜੋ ਤੇਰੇ ਦਰ ਤੇ ਅਰਜ਼ੋਈ ਕਰਦੇ ਰਹਿੰਦੇ ਨੇ, ਦੁਆ ਕਰਦੇ ਨੇ, ਤੇਰੀ ਸਿਫਤ ਸਲਾਹ ਵੀ ਕਰਦੇ ਨੇ, ਲੋਕਾਂ ਦਾ ਭਲਾ ਵੀ ਮੰਗਦੇ ਨੇ। ਇਹ ਉਹਨਾਂ ਨੂੰ ਮਹਾਨਤਾ ਮਿਲੀ ਇਸ ਸੰਸਾਰ ਤੇ। ਯਾਨੀ ਜੋ ਰੱਬ ਦੇ ਪਿਆਰੇ ਨੇ, ਰੱਬ ਦੇ ਹੁਕਮ ਰਜ਼ਾ ਵਿੱਚ ਤੁਰਨ ਵਾਲੇ, ਗੁਣਾਂ ਦੇ ਧਾਰਨੀ, ਦੁਆ ਕਰਨ ਵਾਲੇ, ਇਹ ਉਹਨਾਂ ਨੂੰ ਰੱਬ ਦੀ ਮਹਾਨ ਬਰਕਤ ਮਿਲੀ, ਮਹਾਨ ਕਿਰਪਾ ਮਿਲੀ ਕਿ ਉਹ ਪ੍ਰਭੂ ਦੀ ਸਿਫਤ ਸਲਾਹ ਕਰ ਰਹੇ ਨੇ ਔਰ ਉਹ ਦੁਆ ਕਰ ਰਹੇ।
ਦੇਖੋ ਇੰਨਾ ਤਾਂ ਹਰ ਬੰਦਾ ਕਰ ਸਕਦਾ ਨਾ, ਅਸੀਂ ਭਲਾ ਕਰ ਸਕਦੇ ਹਾਂ, ਭਲਾ ਮੰਗ ਸਕਦੇ ਹਾਂ, ਪਰ ਉਹ ਲਫ਼ਜ਼ੀ ਨਾ ਹੋਵੇ, ਉਹ ਦਿਲੋਂ ਹੋਵੇ। ਜਿਵੇਂ ਮੈਂ ਤੁਹਾਨੂੰ ਇੱਕ ਦਿਨ ਨਿੱਕੀ ਜਿਹੀ ਕਹਾਣੀ ਸੁਣਾਈ ਸੀ, ਮੈਂ ਉਹ ਫਿਰ ਦੁਹਰਾ ਦਿਆਂ। ਕਿੰਨਾ ਸੌਖਾ ਕੰਮ ਹੈ ਨਾ ਰੱਬ ਦਾ ਪਿਆਰਾ ਹੋਣਾ। ਕਹਿੰਦੇ ਨੇ ਕੋਈ ਬੱਚਾ ਖਿਡੌਣੇ ਵੇਚ ਰਿਹਾ ਸੀ ਧੁੱਪ ਦੇ ਅੰਦਰ, ਉਹਦੇ ਪੈਰ ਸੜ ਰਹੇ ਸਨ, ਸੜਕ ਤਪੀ ਹੋਈ ਸੀ, ਲੇਕਿਨ ਮਜਬੂਰੀ ਸੀ ਕਿ ਦੁਪਹਿਰ ਵਿੱਚ ਵੀ ਉਹ ਵੇਚ ਰਿਹਾ ਸੀ ਫੁੱਲ ਖਿਡੌਣੇ ਵਗੈਰਾ, ਕਿਉਂਕਿ ਉਹਦੀ ਮਾਂ ਬਿਮਾਰ ਸੀ ਤੇ ਮਾਂ ਦੀ ਬਿਮਾਰੀ ਵਾਸਤੇ ਦਵਾਈ ਖਰੀਦਣੀ ਸੀ। ਮਾਸੂਮ ਬੱਚੇ ਨੇ, ਪਿਤਾ ਸਿਰ ਤੇ ਨਹੀਂ ਸੀ। ਇਸ ਤੜਫਦੇ ਬੱਚੇ ਨੂੰ ਕਿਸੇ ਨੇ ਵੇਖਿਆ ਕਿ ਇਹਦੇ ਪੈਰ ਸੜ ਰਹੇ ਨੇ, ਬੱਚਾ ਤੰਗ ਹੈ। ਇਹ ਬੱਚੇ ਨੂੰ ਦੁਕਾਨ ਤੇ ਲੈ ਗਿਆ ਤੇ ਉਸਨੇ ਇਸ ਨੂੰ ਜੁੱਤੀ ਲੈ ਕੇ ਦਿੱਤੀ ਵੀ ਬੇਟਾ ਲੈ ਜੁੱਤੀ ਪਾ ਲੈ। ਇਹ ਬੱਚਾ ਨਾ ਬੜਾ ਖੁਸ਼ ਹੋਇਆ ਔਰ ਕਹਿਣ ਲੱਗਾ ਅੰਕਲ ਤੁਸੀਂ ਰੱਬ ਹੋ, ਤੂੰ ਰੱਬ ਹੈ। ਉਹ ਬੰਦਾ ਬੜਾ ਘਬਰਾਇਆ, ਕਹਿਣ ਲੱਗਾ ਨਾ ਨਾ ਬੇਟੇ, ਮੈਂ ਬੰਦਾ ਘਬਰਾ ਗਿਆ ਕਿ ਰੱਬ ਕਿਵੇਂ, ਮੈਂ ਰੱਬ ਨਹੀਂ ਹੈਗਾ। ਕਹਿੰਦਾ ਸੱਚ? ਕਹਿੰਦਾ ਹਾਂ। ਕਹਿੰਦਾ ਫਿਰ ਤੂੰ ਅੰਕਲ ਰੱਬ ਦਾ ਦੋਸਤ ਹੋਏਗਾ? ਕਹਿੰਦਾ ਨਹੀਂ 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 ਬੇਟੇ, ਮੈਂ ਰੱਬ ਦਾ ਦੋਸਤ ਵੀ ਨਹੀਂ। ਬੰਦਾ ਘਬਰਾਇਆ ਕਿ ਇਹ ਕੈਸੀਆਂ ਗੱਲਾਂ ਕਰ ਰਿਹਾ। ਕਹਿੰਦਾ ਨਹੀਂ ਬੇਟੇ, ਮੈਂ ਰੱਬ ਦਾ ਦੋਸਤ ਵੀ ਨਹੀਂ ਹਾਂ। ਕਹਿੰਦਾ ਨਹੀਂ ਅੰਕਲ ਝੂਠ ਨਾ ਬੋਲੋ, ਤੁਸੀਂ ਰੱਬ ਦੇ ਦੋਸਤ ਹੈਗੇ ਹੋ, ਮੈਨੂੰ ਪੱਕਾ। ਕਹਿੰਦਾ ਤੁਹਾਨੂੰ ਯਕੀਨ? ਕਹਿੰਦਾ ਪੱਕਾ ਯਕੀਨ ਹੈ। ਕਹਿੰਦਾ ਤੈਨੂੰ ਕਿਵੇਂ ਪੱਕਾ ਯਕੀਨ ਹੈ? ਕਹਿੰਦਾ ਅੰਕਲ ਮੈਂ ਕੱਲ ਰੱਬ ਅੱਗੇ ਅਰਦਾਸ ਕੀਤੀ ਸੀ ਕਿ ਰੱਬਾ ਮੇਰੀ ਮਾਂ ਬਿਮਾਰ ਹੈ, ਉਹਦੀ ਬਿਮਾਰੀ ਵਾਸਤੇ ਮੈਨੂੰ ਪੈਸੇ ਚਾਹੀਦੇ ਨੇ, ਖਿਡੌਣੇ ਵਗੈਰਾ ਵੇਚ ਕੇ ਮੈਂ ਪੈਸੇ ਇਕੱਠੇ ਕਰਨਾ। ਗਰਮੀ ਦੇ ਵਿੱਚ ਸੜਕਾਂ ਤਪੀਆਂ ਨੇ, ਮੇਰੇ ਪੈਰ ਬੜੇ ਸੜਦੇ ਨੇ, ਰੱਬਾ ਮੈਨੂੰ ਜੁੱਤੀ ਦੇ ਦੇ। ਤੇ ਇਹਦਾ ਮਤਲਬ ਤੁਸੀਂ ਰੱਬ ਦੇ ਕੋਲ ਸੁਣਦੇ ਹੋਗੇ, ਰੱਬ ਨੇ ਤੁਹਾਨੂੰ ਭੇਜਿਆ ਹੋਣਾ, ਤੁਸੀਂ ਰੱਬ ਦੇ ਦੋਸਤ ਹੈਗੇ ਹੋ, ਮੇਰਾ ਪੱਕਾ ਯਕੀਨ ਹੈ। ਇਹ ਬੰਦਾ ਚਲਾ ਗਿਆ, ਇਹਦੀਆਂ ਅੱਖਾਂ ਵਿੱਚ ਹੰਝੂ ਸਨ ਔਰ ਦਿਲ ਵਿੱਚ ਖੁਸ਼ੀ ਸੀ ਕਿ ਰੱਬ ਦਾ ਦੋਸਤ ਬਣਨਾ ਕਿੰਨਾ ਸੌਖਾ ਹੈ। ਰੱਬ ਦਾ ਦੋਸਤ ਬਣਨਾ ਕਿੰਨਾ ਸੌਖਾ ਹੈ। ਤਾਂ ਇਹ ਬਰਕਤ ਹੈ ਜਦੋਂ ਕੋਈ ਬੰਦਾ ਸ਼ੁਭ ਗੁਣਾਂ ਦਾ ਧਾਰਨੀ ਹੁੰਦਾ ਹੈ, ਚੰਗੀ ਜ਼ਿੰਦਗੀ ਜੀਂਦਾ ਹੈ, ਪ੍ਰਭੂ ਦੇ ਚਰਨਾਂ ਵਿੱਚ ਅਰਜ਼ੋਈ ਕਰਦਾ ਹੈ, ਕਿਸੇ ਦਾ ਭਲਾ ਮੰਗਦਾ ਹੈ, ਤਾਂ ਗੁਰੂ ਜੀ ਕਹਿੰਦੇ ਨੇ ਰੱਬ ਦੀ ਬੜੀ ਵੱਡੀ ਬਰਕਤ ਹੈ, ਸਾਰਿਆਂ ਨੂੰ ਨਹੀਂ ਨਾ ਮਿਲਦੀ, ਪਰ ਇਹਨੂੰ ਕੋਈ ਵੀ ਪਾ ਸਕਦਾ ਹੈ। ਅਗਲਾ ਬਚਨ ਕਰਦੇ ਨੇ, ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇ ਵੇਲੇ। ਇਹ ਜਗਤ ਪ੍ਰਭੂ ਕਿਸੇ ਦੀ ਸਲਾਹ ਲੈ ਕੇ ਨਹੀਂ ਬਣਾਉਂਦਾ ਕਿ ਮੈਂ ਜਗਤ ਬਣਾਵਾਂ। ਪੁੱਛ ਨਾ ਢਾਹੇ, ਕਿਸੇ ਤੋਂ ਪੁੱਛ ਕੇ ਵਿਨਾਸ਼ ਨਹੀਂ ਕਰਦਾ। ਪੁੱਛ ਨਾ ਦੇਵੇ ਲੈ, ਨਾ ਕਿਸੇ ਨੂੰ ਪੁੱਛ ਕੇ ਕੋਈ ਚੀਜ਼ ਦਿੰਦਾ ਹੈ ਤੇ ਨਾ ਹੀ ਕਿਸੇ ਤੋਂ ਪੁੱਛ ਕੇ ਵਾਪਸ ਲੈਂਦਾ। ਉਹਦਾ ਕੋਈ ਸਲਾਹਗੀਰ ਨਹੀਂ ਹੈ। ਆਮ ਹੁੰਦੀਆਂ ਨੇ ਨਾ ਸਲਾਹਕਾਰ ਕਮੇਟੀਆਂ ਹੁੰਦੀਆਂ ਨੇ, ਮੁੱਖ ਮੰਤਰੀਆਂ ਕੋਲ, ਪ੍ਰਧਾਨ ਮੰਤਰੀਆਂ ਕੋਲ, ਜਾਂ ਹੋਰ ਸਲਾਹਕਾਰ ਕਮੇਟੀਆਂ। ਉਹਦਾ ਰੀਜ਼ਨ ਕੀ ਹੁੰਦਾ ਹੈ? ਉਹਦਾ ਰੀਜ਼ਨ ਇਹ ਹੈ ਸਲਾਹਕਾਰ ਕਮੇਟੀ ਦਾ ਕਿ ਬੰਦਾ ਬੇਸ਼ੱਕ ਸਿਆਣਾ ਹੈ, ਪੜ੍ਹਿਆ ਲਿਖਿਆ ਹੈ, ਪਰ ਕਈ ਜਗ੍ਹਾ ਤੇ ਭੁੱਲ ਸਕਦਾ ਹੈ, ਕੋਈ ਚੀਜ਼ ਹੋ ਸਕਦਾ ਦਿਮਾਗ ਵਿੱਚ ਨਾ ਆਏ, ਤਾਂ ਨਾਲ ਸਲਾਹਕਾਰ ਕਮੇਟੀ ਹੁੰਦੀ, ਉਹ ਨਾਲ ਸਲਾਹ ਦਿੰਦੀ ਹੈ ਵੀ ਜੇ ਇਹਨੂੰ ਐਵੇਂ ਕਰ ਲਿਆ ਜਾਏ। ਤਾਂ ਇਹਦਾ ਮਤਲਬ ਜਿਹਦੀ ਸਲਾਹਕਾਰ ਕਮੇਟੀ ਹੈ ਉਹਦੇ ਅੰਦਰ ਭੁੱਲ ਦੀ ਕੋਈ ਛੋਟੀ ਮੋਟੀ ਗੁੰਜਾਇਸ਼ ਹੈ। ਰੱਬ ਨੂੰ ਸਲਾਹ ਦੀ ਲੋੜ ਨਹੀਂ ਹੈ ਕਿਉਂਕਿ ਉਹਦੇ ਵਿੱਚ ਭੁੱਲ ਦੀ ਗੁੰਜਾਇਸ਼ ਨਹੀਂ ਹੈ ਨਾ। ਜੋ ਇਹ ਰੱਬੀ ਸਿਸਟਮ ਹੈ, ਕੁਦਰਤ ਹੈ, ਹੁਕਮ ਹੈ, ਇਹਦੇ ਅੰਦਰ ਕੋਈ ਭੁੱਲ ਦੀ ਗੁੰਜਾਇਸ਼ ਨਹੀਂ ਹੈ। ਤਾਂ ਉਹ ਪੁੱਛ ਕੇ ਨਹੀਂ ਸਾਜਦਾ, ਪੁੱਛ ਕੇ ਨਹੀਂ ਢਾਂਦਾ, ਪੁੱਛ ਕੇ ਨਹੀਂ ਦਿੰਦਾ, ਪੁੱਛ ਕੇ ਨਹੀਂ ਲੈਂਦਾ। ਸਾਰਾ ਕੁਝ ਰੱਬੀ ਰਜ਼ਾ ਦੇ ਅੰਦਰ ਹੋ ਰਿਹਾ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜੇ ਹੁਣ ਇਹ ਗੱਲ ਸਮਝ ਆ ਜਾਏ ਔਰ ਜੇਕਰ ਇਸ ਪਾਵਨ ਬਾਣੀ ਦੀ ਕਦਰ ਨੂੰ ਬੰਦਾ ਸਮਝ ਲੈ, ਇਸ ਦੇ ਉੱਤੇ ਅਮਲ ਕਰੇ, ਤਾਂ ਧਾਰਮਿਕ ਤੌਰ ਤੇ ਜੋ ਇਮੋਸ਼ਨਲ ਬਲੈਕਮੇਲ ਕਰਕੇ ਲੋਕਾਂ ਦੀ ਲੁੱਟ ਕਰ ਰਹੇ ਨੇ, ਉਹ ਸਾਰੀ ਲੁੱਟ ਬੰਦ ਹੋ ਜਾਏਗੀ। ਵੀ ਰੱਬ ਪੁੱਛ ਕੇ ਨਹੀਂ ਢਾਂਦਾ, ਪੁੱਛ ਕੇ ਨਹੀਂ ਦਿੰਦਾ। ਤਾਂ ਜਦੋਂ ਅਸੀਂ ਕਿਸੇ ਬਾਬੇ ਨੂੰ ਕਹਿੰਦੇ ਆ ਬਾਬਾ ਜੀ ਸਾਡੇ ਵੱਲ ਮੁੰਡਾ ਨਹੀਂ ਹੁੰਦਾ ਜਾਂ ਬੱਚਾ ਨਹੀਂ ਹੁੰਦਾ, ਤੇ ਬਾਬਾ ਜੀ ਸਿਫਾਰਿਸ਼ ਕਰਨ, ਤੇ ਬਾਬੇ ਤੋਂ ਪੁੱਛ ਕੇ ਥੋੜੀ ਉਹਨੇ ਮੁੰਡਾ ਦੇਣਾ ਵੀ ਦਿਆਂ ਕਿ ਨਾ। ਸਾਡਾ ਬੰਦਾ ਬਿਮਾਰ ਹੈ ਤੇ ਬਾਬਾ ਜੀ ਇਹਦੀ ਅਰਦਾਸ ਕਰੋ, ਤੇ ਰੱਬ ਨੇ ਉਤੋਂ ਪੁੱਛ ਕੇ ਥੋੜੀ ਮਾਰਨਾ ਕਿ ਮਾਰਾਂ ਕਿ ਨਾ ਮਾਰਾਂ। ਪੁੱਛ ਕੇ ਥੋੜੀ ਜਗਤ ਬਣਾਉਣਾ ਹੈ। ਜਦੋਂ ਪੁੱਛ ਕੇ ਨਾ ਦੇਣਾ ਹੈ ਨਾ ਲੈਣਾ ਹੈ, ਇੱਕ ਸਿਸਟਮ ਲਾਗੂ ਹੈ ਸਾਰਿਆਂ ਤੇ, ਤਾਂ ਫਿਰ ਇਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ।
ਜ਼ਰੂਰਤ ਤਾਂ ਇਹਨਾਂ ਚੀਜ਼ਾਂ ਨੂੰ ਸਮਝ ਕੇ ਅਮਲ ਕਰਨ ਦੀ ਹੈ, ਤਾਂ ਜ਼ਿੰਦਗੀ ਹਲਕੀ ਫੁਲਕੀ ਹੋ ਜਾਏਗੀ, ਸੌਖੀ ਹੋ ਜਾਏਗੀ, ਖੁਸ਼ੀ ਖੀੜਾ ਪ੍ਰਸੰਨਤਾ ਆ ਜਾਏਗੀ। ਤਾਂ ਕਿਸੇ ਦੀ ਸਲਾਹ ਨਹੀਂ ਲੈਂਦਾ ਜਦੋਂ ਉਸਾਰਦਾ ਹੈ, ਨਾ ਕਿਸੇ ਦੀ ਸਲਾਹ ਲੈਂਦਾ ਜਦੋਂ ਵਿਨਾਸ਼ ਕਰਦਾ ਹੈ। ਯਾਨੀ ਉਹਦੀ ਸਲਾਹ ਤੋਂ ਬਿਨਾਂ ਹੈ ਕਿਸੇ ਦੀ ਤੋਂ ਰੱਬੀ ਰਜ਼ਾ ਇੱਕ ਅਟਲ ਹੁਕਮ ਹੈ ਜੋ ਲਗਾਤਾਰ ਚੱਲ ਰਿਹਾ ਹੈ। ਆਪਣੀ ਕੁਦਰਤ ਆਪੇ ਜਾਣੈ, ਆਪੇ ਕਰਨ ਕਰੇ। ਕਰਨ ਦਾ ਮਤਲਬ ਸ੍ਰਿਸ਼ਟੀ, ਕਰੇ ਦਾ ਮਤਲਬ ਕਰਦਾ ਹੈ, ਕੁਦਰਤ ਦਾ ਮਤਲਬ ਤਾਕਤ। ਪ੍ਰਭੂ ਆਪਣੀ ਤਾਕਤ ਨੂੰ ਆਪ ਹੀ ਜਾਣ, ਆਪ ਹੀ ਇਸ ਜਗਤ ਰਚਨਾ ਨੂੰ ਰਚ ਰਿਹਾ ਹੈ। ਸਭਨਾ ਵੇਖੈ ਨਦਰ ਕਰ, ਜੈ ਭਾਵੈ ਤੈਂ ਦੇ। ਮਿਹਰ ਦੀ ਨਿਗਾਹ ਕਰਕੇ ਸਭ ਜੀਵਾਂ ਦੀ ਆਪ ਸੰਭਾਲ ਕਰਦਾ ਹੈ। ਸਭਨਾ ਵੇਖੈ ਦਾ ਮਤਲਬ ਸੰਭਾਲ ਕਰ ਰਿਹਾ ਹੈ, ਵੇਖ ਰਿਹਾ ਹੈ। ਸਾਰਿਆਂ ਦੇ ਉੱਤੇ ਰਹਿਮਤ ਕਰਕੇ ਸੰਭਾਲ ਕਰ ਰਿਹਾ ਹੈ। ਜੈ ਭਾਵੈ ਤੈਂ ਦੇ। ਜੈ ਦਾ ਮਤਲਬ ਜਿਸ ਨੂੰ, ਭਾਵੇ ਦਾ ਮਤਲਬ ਪਾਉਂਦਾ ਹੈ, ਤੈਂ ਦਾ ਮਤਲਬ ਉਸ ਨੂੰ, ਤਿਸ ਨੂੰ, ਦੇ ਦਾ ਮਤਲਬ ਦਿੰਦਾ ਹੈ। ਜਿਹਨੂੰ ਪਾਉਂਦਾ ਹੈ ਉਹਨੂੰ ਦੇ ਦਿੰਦਾ ਹੈ। ਹੁਣ ਇੱਕ ਗੱਲ ਯਾਦ ਰੱਖਣਾ, ਜੇ ਅਸੀਂ ਇਹਦਾ ਮੀਨਿੰਗ ਇਹ ਕਰੀਏ ਕਿ ਜੋ ਰੱਬ ਨੂੰ ਪਾਉਂਦਾ ਹੈ ਉਹਨੂੰ ਦੇ ਦਿੰਦਾ ਹੈ, ਤੇ ਜਿਹੜਾ ਰੱਬ ਨੂੰ ਨਹੀਂ ਪਾਉਂਦਾ ਉਹਨੂੰ ਨਹੀਂ ਦਿੰਦਾ, ਤਾਂ ਫਿਰ ਤਾਲਮੇਲ ਨਹੀਂ ਬਹਿਣਾ। ਸਭਨਾ ਵੇਖੇ ਨਜ਼ਰ ਕਰ, ਕਿਉਂਕਿ ਸਾਰਿਆਂ ਦੇ ਉੱਤੇ ਰਹਿਮਤ ਭਰੀ ਨਜ਼ਰ ਕਰ ਰਿਹਾ ਨਾ, ਸਾਰਿਆਂ ਤੇ ਜਦੋਂ ਕਰ ਹੀ ਰਿਹਾ, ਫਿਰ ਇੱਕ ਵੱਖਰੇ ਨੂੰ ਚੰਗਾ ਸਮਝੇ ਤੇ ਵੱਖਰੇ ਨੂੰ ਮਾੜਾ ਸਮਝੇ, ਫਿਰ ਗੱਲ ਸਮਝ ਨਾ ਆਈ। ਤਾਂ ਸਾਰਿਆਂ ਨੂੰ ਉਹ ਰਹਿਮਤ ਦੀ ਨਜ਼ਰ ਕਰਕੇ ਸੰਭਾਲ ਰਿਹਾ ਹੈ। ਜੈ ਭਾਵੈ, ਜਿਹਨੂੰ ਉਸ ਰੱਬ ਦੀ ਦਾਤ ਚੰਗੀ ਲੱਗਦੀ ਹੈ, ਤੈਂ ਦੇ, ਉਹਨੂੰ ਉਹ ਦਾਤ ਦੇ ਦਿੰਦਾ ਹੈ। ਜਿਵੇਂ ਹੁਣ ਦੀਵਾ ਜਗ ਰਿਹਾ, ਤਾਂ ਦੀਵਾ ਤੇ ਚਾਨਣ ਸਾਰਿਆਂ ਨੂੰ ਦੇ ਰਿਹਾ, ਪਰ ਜਿਹਨੂੰ ਚਾਨਣ ਲੱਗੇਗਾ ਚੰਗਾ ਉਹਨੂੰ ਦਵੇਗਾ ਨਾ, ਜਿਹਨੂੰ ਚੰਗਾ ਨਹੀਂ ਲੱਗਦਾ ਉਹ ਅੱਖਾਂ ਬੰਦ ਕਰ ਲਏਗਾ, ਉਹ ਦੀਵੇ ਵੱਲ ਪੁੱਠਾ ਪਿੱਛਾ ਕਰਕੇ ਬਹਿ ਜਾਏਗਾ, ਕਿਉਂਕਿ ਉਹਨੂੰ ਚੰਗਾ ਹੀ ਨਹੀਂ ਲੱਗ ਰਿਹਾ। ਕਿਤੇ ਬੜਾ ਮਧੁਰ ਕੀਰਤਨ ਹੋ ਰਿਹਾ ਹੈ, ਹੁਣ ਕੀਰਤਨ ਤਾਂ ਹੋ ਰਿਹਾ ਗੁਰਬਾਣੀ ਦਾ, ਸਾਰੇ ਸੁਣ ਸਕਦੇ ਨੇ, ਪਰ ਕਿਸੇ ਨੂੰ ਹੁਣ ਜੇ ਚੰਗਾ ਨਹੀਂ ਲੱਗਦਾ ਤੇ ਉੱਠ ਕੇ ਚਲਾ ਜਾਏਗਾ ਨਾ ਬਾਹਰ, ਉਹਦਾ ਤੇ ਕੋਈ ਇਲਾਜ ਨਹੀਂ। ਸੁਣੇਗਾ ਤੇ ਉਹ ਜਿਹਨੂੰ ਚੰਗਾ ਲੱਗਦਾ ਹੈ, ਜਿਹਦਾ ਅੰਦਰੋਂ ਪਿਆਰ ਹੈ। ਹੁਣ ਅਸੀਂ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ, ਤਾਂ ਗੁਰਬਾਣੀ ਦੀ ਵਿਚਾਰ ਤੇ ਇੱਥੇ ਕਲਾਸ ਦੇ ਅੰਦਰ ਆਪਾਂ ਹੋਰ 10 20 50 100 ਬੰਦੇ ਆ ਜਾਣ ਤੇ ਕੀ ਫਰਕ ਪੈਂਦਾ ਹੈ, ਕਿਉਂਕਿ ਇੱਕ ਬੁਲਾਰਾ ਬੋਲ ਹੀ ਰਿਹਾ ਹੈ, ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਲੇਕਿਨ ਸੁਣੇਗਾ ਉਹ ਜਿਹਨੂੰ ਇਹ ਚੀਜ਼ ਚੰਗੀ ਲੱਗੇਗੀ, ਜਿਹਨੂੰ ਚੰਗੀ ਨਹੀਂ ਲੱਗੇਗੀ ਉਹ ਨਹੀਂ ਸੁਣੇਗਾ, ਉਹ ਕਲਾਸ ਚੋਂ ਚਲਾ ਜਾਏਗਾ। ਇਸੇ ਤਰ੍ਹਾਂ ਰੱਬ ਤਾਂ ਸਾਰਿਆਂ ਦੇ ਉੱਤੇ ਰਹਿਮਤ ਕਰ ਰਿਹਾ ਹੈ, ਬਖਸ਼ਿਸ਼ ਕਰ ਰਿਹਾ ਹੈ, ਸਾਰਿਆਂ ਦੀ ਸੰਭਾਲ ਕਰ ਰਿਹਾ ਹੈ, ਪਰ ਜਿਹਨੂੰ ਭਾਵੇਗਾ ਉਹਨੂੰ ਹੀ ਦੇਗਾ ਨਾ। ਹੁਣ ਜੇ ਕਿਸੇ ਨੂੰ ਸੱਚ ਚੰਗਾ ਹੀ ਨਹੀਂ ਲੱਗਦਾ ਤੇ ਰੱਬ ਧੱਕੇ ਨਾਲ ਕਿਵੇਂ ਸੱਚ ਬੁਲਾਏ? ਜੇ ਸਾਨੂੰ ਚੰਗਾ ਲੱਗਦਾ ਹੈ ਕਿ ਅਸੀਂ ਸੱਚ ਬੋਲੀਏ, ਤਾਂ ਅੰਦਰ ਬੈਠਾ ਰੱਬ ਸਾਨੂੰ ਸੱਚ ਦੀ ਦਾਤ ਦੇ ਰਿਹਾ ਹੈ। ਅੰਦਰ ਸਾਰੇ ਗੁਣ ਭਰੇ ਪਏ ਨੇ, ਹਰ ਇੱਕ ਦੇ ਅੰਦਰ ਭਰੇ ਪਏ, ਜਿਹਨੂੰ ਚੰਗੇ ਲੱਗਣ ਉਹ ਵਰਤ ਲੈ। ਤੇ ਹੁਣ ਬੰਦੇ ਨੂੰ ਗੁਣ ਚੰਗੇ ਹੀ ਨਹੀਂ ਲੱਗਦੇ, ਕੋਈ ਨਹੀਂ ਕਹਿ ਸਕਦਾ ਕਿ ਸਾਡੇ ਅੰਦਰ ਸਤ ਸੰਤੋਖ ਆਦਿਕ ਨਹੀਂ ਹਨ, ਸਾਰਿਆਂ ਦੇ ਅੰਦਰ ਨੇ। ਪਰ ਸਵਾਲ ਪੈਦਾ ਹੁੰਦਾ ਹੈ, ਜਿਹਨੂੰ ਚੰਗੇ ਲੱਗਣਗੇ ਉਹ ਹੀ ਵਰਤੇਗਾ ਨਾ, ਨਹੀਂ ਤਾਂ ਆਮ ਲੋਕਾਂ ਨੂੰ ਇਹ ਚੰਗੇ ਨਹੀਂ ਲੱਗਦੇ, ਉਹ ਝੂਠ ਫਰੇ ਵਰਤ ਰਹੇ ਨੇ। ਤਾਂ ਸਭ ਦੇ ਉੱਤੇ ਰਹਿਮਤ ਭਰੀ ਨਜ਼ਰ ਕਰਕੇ ਸੰਭਾਲ ਕਰਦਾ ਹੈ। ਜੋ ਉਸ ਦੀ ਰਜ਼ਾ ਭਾਣੇ ਦੇ ਵਿੱਚ ਤੁਰਦਾ ਹੈ ਉਹਨੂੰ ਇਹ ਦਾਤ ਮਿਲ ਜਾਂਦੀ ਹੈ, ਉਹ ਇਸ ਦਾਤ ਦਾ ਹੱਕਦਾਰ ਹੋ ਜਾਂਦਾ ਹੈ। ਥਾਵਾਂ ਨਾਮ ਨਾ ਜਾਣੀਏ ਹੈ, ਨਾਵਾਂ ਕੇਵਟ ਨਾਉ। ਥਾਵਾਂ ਨਾਮ ਦਾ ਮਤਲਬ ਥਾਵਾਂ ਦੇ ਨਾਂ, ਅਨੇਕਾਂ ਥਾਵਾਂ ਦੇ ਨਾਂ। ਕੇਵਟ ਦਾ ਮਤਲਬ ਕਿੰਨਾ ਵੱਡਾ। ਤਾਂ ਗੁਰੂ ਜੀ ਕਹਿੰਦੇ ਨੇ ਇਸ ਸੰਸਾਰ ਅੰਦਰ ਅਨੰਤ ਥਾਵਾਂ ਨੇ, ਅਨੰਤ ਪਦਾਰਥ ਨੇ, ਉਹਨਾਂ ਸਾਰਿਆਂ ਦੇ ਨਾਮ ਨਹੀਂ ਜਾਣੇ ਜਾ ਸਕਦੇ। ਕਿੰਨਿਆਂ ਦੇ ਨਾਮ ਜਾਣੋਗੇ? ਜਿਵੇਂ ਹੁਣ ਆਕਾਸ਼ ਦੇ ਅੰਦਰ ਤਾਰੇ ਨੇ, ਗ੍ਰਹਿ ਨੇ, ਨਕਸ਼ਤਰ ਨੇ, ਆਕਾਸ਼ ਗੰਗਾਵਾਂ ਨੇ, ਕਿੰਨੀਆਂ ਅਰਬਾਂ ਖਰਬਾਂ, ਜਿਹਦਾ ਅੰਤ ਹੀ ਨਹੀਂ। ਤਾਂ ਇਹਨਾਂ ਸਾਰਿਆਂ ਦੇ ਨਾਂ ਕਿਵੇਂ ਰੱਖੋਗੇ? ਜੇ ਤੇ ਗਿਣਤੀ ਵਿੱਚ ਹੋਣ
ਫਿਰ ਤੇ ਨਾਮ ਰੱਖ ਲੋਗੇ, ਭਾਵੇਂ 10-20 ਕਰੋੜ ਅਰਬ 2 ਅਰਬ ਖਰਬ 2 ਖਰਬ ਹੋਣ, ਨਾਮ ਰੱਖ ਲਵਾਂਗੇ, ਪਰ ਜਿਹੜੇ ਹੈ ਹੀ ਅਣਗਿਣਤ ਨੇ ਉਹਨਾਂ ਦੇ ਨਾਮ ਕਿਵੇਂ ਰੱਖੂ? ਯਾਨੀ ਇੱਥੇ ਅਨੰਤ ਥਾਵਾਂ ਨੇ, ਅਨੰਤ ਉਹਨਾਂ ਦੇ ਨਾਮ ਨੇ, ਉਹਨਾਂ ਦੇ ਨਾਮ ਨਹੀਂ ਜਾਣੇ ਜਾ ਸਕਦੇ। ਨਾਵਾਂ ਕੇਵਟ ਨਾਉ, ਨਾਵਾਂ ਚੋਂ ਕਿਹੜਾ ਨਾਮ ਹੈ ਜਿਹੜਾ ਪ੍ਰਭੂ ਦੀ ਸਾਰੀ ਵਡੱਪਨ ਨੂੰ ਬਿਆਨ ਕਰ ਸਕੇ? ਤਾਂ ਗੁਰੂ ਜੀ ਕਹਿੰਦੇ ਨੇ ਬੇਅੰਤ ਨਾਮਾਂ ਵਿੱਚੋਂ ਉਹ ਕਿਹੜਾ ਨਾਮ ਹੋ ਸਕਦਾ ਹੈ ਜੋ ਇੰਨਾ ਵੱਡਾ ਹੋਵੇ ਕਿ ਪ੍ਰਭੂ ਦੇ ਅਸਲ ਵਡੱਪਨ ਨੂੰ ਬਿਆਨ ਕਰ ਸਕੇ। ਹੁਣ ਸਾਡਾ ਰੱਖਿਆ ਹੋਇਆ ਨਾਮ ਤਾਂ ਕੀ ਬਿਆਨ ਕਰੇਗਾ? ਕਿਹੜੇ ਨਾਮ ਦੇ ਨਾਲ ਬਿਆਨ ਕਰੋਗੇ ਜਿਹੜਾ ਸਾਰੀ ਵਡੱਪਨ ਨੂੰ ਬਿਆਨ ਕਰੇ? ਮਤਲਬ ਉਹ ਅਨੰਤ ਹੈ, ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ। ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ। ਤਾਂ ਗੁਰੂ ਜੀ ਕਹਿੰਦੇ ਨੇ ਜਿੱਥੇ ਸ੍ਰਿਸ਼ਟੀ ਦਾ ਮੇਰਾ ਪਾਤਸ਼ਾਹ ਪ੍ਰਭੂ ਵਸਦਾ ਹੈ ਉਹ ਕਿਹੜਾ ਵੱਡਾ ਥਾਂ ਹੈ। ਹੁਣ ਦੇਖੋ ਇਹ ਗੱਲ ਵੀ ਸਮਝਣ ਵਾਲੀ ਹੈ, ਕਿਉਂਕਿ ਗੁਰੂ ਜੀ ਪਾਵਨ ਬਾਣੀ ਅੰਦਰ ਸਾਨੂੰ ਥਾਂ ਥਾਂ ਤੇ ਸਮਝਾ ਰਹੇ ਨੇ ਕਿ ਪ੍ਰਭੂ ਸਰਬ ਵਿਆਪਕ ਹੈ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਉਹ ਜਗਤ ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ। ਤਾਂ ਪਹਿਲਾ ਮੀਨਿੰਗ ਇਹਦਾ ਤਾਂ ਇਹ ਹੈ ਕਿ ਜਿਸ ਐਸ ਵਿਆਪਕ ਸੰਸਾਰ, ਜਿਸ ਸੰਸਾਰ ਦੇ ਅੰਦਰ ਪ੍ਰਭੂ ਆਪ ਵਸ ਰਿਹਾ ਹੈ, ਸਰਬ ਵਿਆਪਕ ਹੈ, ਉਸ ਥਾਂ ਉਸ ਸੰਸਾਰ ਦਾ ਵੀ ਅੰਤ ਨਹੀਂ ਜਾਣਿਆ ਜਾਂਦਾ। ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜਿਸ ਸੋਚ ਦੇ ਅੰਦਰ ਪ੍ਰਭੂ ਆਵਸਦਾ ਹੈ, ਜਿਸ ਹਿਰਦੇ ਵਿੱਚ, ਜਿਸ ਸੋਚ ਵਿੱਚ, ਉਸ ਸੋਚ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ ਕਿ ਇਹ ਸੋਚ ਕਿੰਨੀ ਮਹਾਨ ਹੋਵੇਗੀ, ਕਿਉਂਕਿ ਉਹ ਬੰਦਾ ਰੱਬ ਵਰਗਾ ਹੋ ਜਾਏਗਾ ਨਾ ਜਿਸ ਸੋਚ ਦੇ ਅੰਦਰ ਪ੍ਰਭੂ ਆਵਸਿਆ, ਜਿਹੜੀ ਸੋਚ ਪ੍ਰਭੂ ਦੇ ਵਿੱਚ ਲੀਨ ਹੋ ਗਈ। ਅੰਬੜ ਕੋਏ ਨਾ ਸਕਈ ਹਉ ਕਿਸ ਨੂੰ ਪੁੱਛਣ ਜਾਉ। ਇੱਥੇ ਬਿੰਦੀ ਲਾ ਕੇ ਪੜਨਾ ਹੈ ਜਾਉ। ਜਾਉ ਦਾ ਮਤਲਬ ਜਾਵਾਂ। ਅੰਬੜ ਦਾ ਮਤਲਬ ਹੁੰਦਾ ਹੈ ਪਹੁੰਚਣਾ। ਪਹਿਲਾਂ ਸ਼ਬਦ ਵਰਤਿਆ ਜਾਂਦਾ ਸੀ ਅੰਬੜ, ਔਰ ਅੰਬੜ ਤੋਂ ਬਾਅਦ ਸ਼ਬਦ ਵਰਤਿਆ ਜਾਂਦਾ ਰਿਹਾ ਹੈ ਅੱਪੜ। ਜਿਵੇਂ ਅਸੀਂ ਕਹਿੰਦੇ ਫਲਾਂ ਬੰਦਾ ਅੱਪੜ ਗਿਆ ਹੋਵੇਗਾ, ਪਰ ਅੱਜ ਕੱਲ ਅਸੀਂ ਅੱਪੜ ਗਿਆ ਨਹੀਂ ਕਹਿੰਦੇ। ਅੱਪੜ ਗਏ ਨੂੰ ਬਹੁਤ ਸਾਰੇ ਲੋਕ ਸਮਝਦੇ ਨਹੀਂ। ਅਸੀਂ ਕਹਿੰਦੇ ਆ ਇੰਡੀਆ ਪਹੁੰਚ ਗਏ। ਹੁਣ ਇਹ ਪਹੁੰਚ ਸ਼ਬਦ ਜਿਹੜਾ ਨਾ ਹਿੰਦੀ ਦਾ, ਪੰਜਾਬੀ ਦਾ ਨਹੀਂ ਹੈ ਨਾ। ਪੰਜਾਬੀ ਦਾ ਸ਼ਬਦ ਹੈ ਅੱਪੜ ਜਾਂ ਅੰਬੜ। ਅਸੀਂ ਬਹੁਤ ਸਾਰੇ ਪੰਜਾਬੀ ਦੇ ਸ਼ਬਦ ਜਿਹੜੇ ਨੇ ਗਵਾ ਚੁੱਕੇ ਆ ਆਪਣੀ ਭਾਸ਼ਾ ਦੇ ਵਿੱਚੋਂ, ਬੋਲੀ ਦੇ ਵਿੱਚੋਂ। ਜੇਕਰ ਰੋਜ਼ਮर्रा ਦੀ ਜ਼ਿੰਦਗੀ ਦੇ ਅੰਦਰ ਪੰਜਾਬੀ ਬੋਲੀ ਬੋਲੀ ਜਾਏ ਨਾ, ਤਾਂ ਗੁਰਬਾਣੀ ਨੂੰ ਸਮਝਣਾ ਬਹੁਤ ਸੌਖਾ ਹੋ ਜਾਏਗਾ। ਦੇਖੋ ਗੁਰਬਾਣੀ ਬੜੀ ਆਸਾਨ ਹੈ, ਲੇਕਿਨ ਸਾਡੀ ਸਮਝ ਵਿੱਚ ਤਾਂ ਨਹੀਂ ਪੈਂਦੀ ਕਿਉਂਕਿ ਕੁਝ ਮੀਨਿੰਗ ਨੇ ਜੋ ਤਾਂ ਬਹੁਤੇ ਸ਼ਬਦ ਤਾਂ ਅਸੀਂ ਪੰਜਾਬੀ ਦੇ ਵੀ ਨਹੀਂ ਸਮਝਦੇ, ਤੇ ਗੁਰਬਾਣੀ ਦੇ ਅੰਦਰ ਕੁਝ ਹੋਰ ਭਾਸ਼ਾਵਾਂ ਦੇ ਸ਼ਬਦ ਵੀ ਨੇ ਬਹੁਤ ਸਾਰੀਆਂ ਦੇ, ਉਹਨਾਂ ਦੇ ਮੀਨਿੰਗ ਸਾਨੂੰ ਕੋਸ਼ ਦੇ ਵਿੱਚੋਂ ਵੇਖਣੇ ਪੈਣਗੇ। ਬਾਕੀ ਜੇਕਰ ਪੰਜਾਬੀ ਸ਼ਬਦ ਅਸੀਂ ਵਰਤੀ, ਜਿਵੇਂ ਮੈਂ ਪਿੱਛੇ ਬੇਨਤੀ ਕੀਤੀ ਸੀ, ਗਾਵੇ ਕੋ ਤਾਣ, ਹੁਣ ਅਸੀਂ ਕਹਿੰਦੇ ਥੋੜੀ ਤਾਕਤ ਲਗਾਓ। ਹੁਣ ਅਸੀਂ ਤਾਣ ਸ਼ਬਦ ਨਹੀਂ ਵਰਤਦੇ ਵੀ ਥੋੜਾ ਜਿਹਾ ਹੋਰ ਤਾਣ ਲਾ, ਇਹ ਕੰਮ ਤਾਣ ਲਾਇਆ ਹੋਏਗਾ। ਤਾਂ ਜੇ ਤਾਣ ਸ਼ਬਦ ਵਰਤਿਆ ਹੁੰਦਾ ਤਾਂ ਜਪਜੀ ਸਾਹਿਬ ਦੀ ਸਾਨੂੰ ਸ਼ਬਦ ਸਮਝ ਆ ਜਾਣੀ ਸੀ ਨਾ। ਗਾਵੇ ਕੋ ਤਾਣ, ਤਾਣ ਦਾ ਮਤਲਬ ਤਾਕਤ, ਬਲ। ਹੁਣ ਤਾਣ ਦਾ ਮਤਲਬ ਮੈਨੂੰ ਤਾਕਤ ਜਾਂ ਬਲ ਕਹਿਣਾ ਪੈ ਰਿਹਾ ਕਿਉਂਕਿ ਤਾਣ ਸ਼ਬਦ ਨੂੰ ਅਸੀਂ ਆਪਣੇ ਸ਼ਬਦਾਵਲੀ ਚੋਂ ਕੱਢ ਚੁੱਕੇ ਹਾਂ। ਇਸ ਲਈ ਜੇ ਅਸੀਂ ਗੁਰਬਾਣੀ ਦੇ ਨਾਲ ਜੁੜ ਕੇ ਰਹਿਣਾ ਨਾ, ਤਾਂ ਮੈਨੂੰ ਇੰਜ ਪ੍ਰਤੀਤ ਹੁੰਦਾ ਸਾਨੂੰ ਪੰਜਾਬੀ ਬੋਲੀ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਪੰਜਾਬੀ ਵਰਡਿੰਗ ਨੂੰ ਵੱਧ ਤੋਂ ਵੱਧ ਯੂਜ਼ ਕਰਨ ਦੀ ਲੋੜ ਹੈ। ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਦੀ ਲੋੜ ਹੈ, ਤਾਂ ਉਹ ਆਉਣ ਵਾਲੇ ਸਮੇਂ 'ਚ ਗੁਰਬਾਣੀ ਨੂੰ ਸਮਝ ਪਾਉਣਗੇ। ਜੇ ਸਾਡੇ ਬੱਚੇ ਪੰਜਾਬੀ ਭਾਸ਼ਾ ਨਾਲੋਂ ਟੁੱਟ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਗੁਰਬਾਣੀ ਨਾਲੋਂ ਆਟੋਮੈਟਿਕਲੀ ਟੁੱਟ ਜਾਣਗੇ, ਕਿਉਂਕਿ ਪੰਜਾਬੀ ਪੜ੍ਹਨੀ ਨਹੀਂ ਆਏਗੀ, ਬੋਲਣੀ ਨਹੀਂ ਆਏਗੀ, ਤਾਂ ਸਮਝਣਾ ਔਖਾ ਹੋ ਜਾਏਗਾ ਨਾ। ਇਸ ਲਈ ਜ਼ਰੂਰਤ ਹੈ ਕਿ ਅਸੀਂ ਸਾਰੇ ਵੀਰ ਭੈਣਾਂ ਇਧਰ ਧਿਆਨ ਦੇਈਏ, ਆਪਣੇ ਬੱਚਿਆਂ ਨੂੰ, ਪੋਤਰੀ ਪੋਤਰਿਆਂ ਨੂੰ ਪੰਜਾਬੀ ਜ਼ਰੂਰ ਪੜ੍ਹਾਈਏ ਘਰਾਂ ਦੇ ਵਿੱਚ, ਉਹਨਾਂ ਦੇ ਨਾਲ ਘਰਾਂ ਵਿੱਚ ਪੰਜਾਬੀ ਬੋਲੀਏ। ਬਾਹਰ ਉਹਨਾਂ ਨੇ ਅੰਗਰੇਜ਼ੀ ਬੋਲਣੀ ਹੈ, ਫ੍ਰੈਂਚ ਬੋਲਣੀ ਹੈ, ਸਪੈਨਿਸ਼ ਬੋਲਣੀ ਹੈ, ਹਿੰਦੀ ਬੋਲਣੀ ਹੈ, ਇੰਗਲਿਸ਼ ਬੋਲਣੀ ਹੈ, ਬੋਲਣ, ਲੇਕਿਨ ਘਰ ਦੇ ਵਿੱਚ ਤਾਂ ਘੱਟ ਤੋਂ ਘੱਟ ਪੰਜਾਬੀ ਬੋਲਣਾ ਸਾਡਾ ਹੱਕ ਹੈ, ਸਾਡਾ ਫਰਜ਼ ਹੈ।
ਇਧਰ ਧਿਆਨ ਦੇਣ ਦੀ ਲੋੜ ਹੈ। ਅੰਬੜ ਕੋਏ ਨਾ ਸਕਈ ਹੋਂ ਕਿਸ ਨੂੰ ਪੁੱਛਣ ਜਾਉ। ਮੈਂ ਕਿਸ ਪਾਸੋਂ ਵੀ ਇਹ ਪੁੱਛਾਂ, ਕਿਹਦੇ ਕੋਲੋਂ ਪੁੱਛਾਂ, ਕਿਉਂਕਿ ਕੋਈ ਜੀਵ ਇਸ ਅਵਸਥਾ ਤੇ ਪਹੁੰਚ ਨਹੀਂ ਸਕਦਾ, ਕੋਈ ਪ੍ਰਭੂ ਦੇ ਅੰਤ ਨੂੰ ਨਹੀਂ ਪਾ ਸਕਦਾ। ਤਾਂ ਮੈਂ ਕਿਹਦੇ ਤੋਂ ਪੁੱਛਾਂ? ਜੇ ਕੋਈ ਅਪੜਿਆ ਹੋਏ ਤੇ ਪੁੱਛਾਂ, ਜੇ ਕਿਸੇ ਨੇ ਪ੍ਰਭੂ ਦੇ ਅੰਤ ਨੂੰ ਪਾਇਆ ਹੋਏ ਤੇ ਪੁੱਛਾਂ। ਤਾਂ ਮੈਂ ਕਿਹਦੇ ਕੋਲੋਂ ਪੁੱਛਾਂ ਕਿ ਪ੍ਰਭੂ ਕਿਹੜਾ ਵੱਡਾ ਹੈ, ਯਾਨੀ ਉਹ ਅਨੰਤ ਹੈ, ਉਹਦੇ ਅੰਤ ਨੂੰ ਕੋਈ ਵੀ ਨਹੀਂ ਜਾਣ ਸਕਦਾ। ਵਰਨਾ ਵਰਨ ਨਾ ਭਾਵਨੀ ਜੇ ਕਿਸੇ ਵੱਡਾ ਕਰੇ, ਵਰਨਾ ਵਰਨ ਨਾ ਭਾਵਨੀ ਜੇ ਕਿਸੇ ਵੱਡਾ ਕਰੇ। ਹੁਣ ਦੇਖੋ, ਵਰਨਾ ਵਰਨ ਦਾ ਮਤਲਬ ਹੈ ਵਰਨ ਅਵਰਨ। ਵਰਨ ਦਾ ਮਤਲਬ ਉੱਚੀਆਂ ਤੇ ਨੀਵੀਆਂ ਜਾਤਾਂ, ਵਰਨਾ ਵਰਨ ਦਾ ਮਤਲਬ ਉੱਚੀਆਂ ਨੀਵੀਆਂ ਜਾਤਾਂ। ਕਿਸੇ ਦਾ ਮਤਲਬ ਕਿਸੇ ਜਾਤ ਨੂੰ। ਤਾਂ ਇੱਥੇ ਦੋ ਕਿਸਮ ਦੀ ਸ਼ਬਦਾਵਲੀ ਜਿਹੜੀ ਹੈ ਨਾ ਵਰਤੀ ਗਈ ਹੈ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 4 ਪੋਥੀਆਂ ਛਾਪੀਆਂ ਨੇ, ਸੰਤਾਂ ਪੋਥੀਆਂ, ਉਹਨਾਂ ਵਿੱਚ ਜੋ ਵਿਦਵਾਨਾਂ ਨੇ ਸ਼ਬਦਾਵਲੀ ਵਰਤੀ, ਉਹ ਮੈਂ ਆਪ ਨੂੰ ਪੜ੍ਹ ਕੇ ਸੁਣਾ ਰਿਹਾ। ਵਰਨਾ ਨੂੰ ਉਰਨ ਨਹੀਂ ਪਾਉਂਦੇ, ਭਾਵ ਇੱਕ ਜਾਤ ਨੂੰ ਦੂਜੀ ਪਸੰਦ ਨਹੀਂ ਕਰਦੀ। ਜੇਕਰ ਇੱਕ ਜਾਤ ਨੂੰ ਵਾਹਿਗੁਰੂ ਵੱਡਾ ਕਰੇ ਤਾਂ ਦੂਜੀ ਜਾਤ ਵਾਲਿਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਇਹ ਸ਼ਬਦਾਵਲੀ ਹੈ ਸੰਤਾਂ ਪੋਥੀਆਂ ਦੇ ਵਿੱਚੋਂ। ਭਾਈ ਸਾਹਿਬ ਸਿੰਘ ਜੀ ਦਾ ਅਰਥ ਕਰ ਰਹੇ ਨੇ ਕਿ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਪ੍ਰਭੂ ਨੂੰ ਫਲਾਣੀ ਉੱਚੀ ਜਾਂ ਨੀਵੀਂ ਜਾਤ ਪਾਉਂਦੀ ਹੈ ਜਾਂ ਨਹੀਂ ਪਾਉਂਦੀ, ਤੇ ਇਸ ਤਰ੍ਹਾਂ ਉਹ ਕਿਸੇ ਇੱਕ ਜਾਤ ਨੂੰ ਉੱਚਾ ਕਰ ਦਿੰਦਾ। ਇਹ ਸ਼ਬਦਾਵਲੀ ਭਾਈ ਸਾਹਿਬ ਸਿੰਘ ਜੀ ਦੀ। ਅੱਗੇ ਮਨਮੋਹਨ ਸਿੰਘ ਜੀ ਦੀ ਸ਼ਬਦਾਵਲੀ ਹੈ ਕਿ ਇੱਕ ਵੰਸ਼ ਨੂੰ ਦੂਜੀ ਵੰਸ਼ ਚੰਗੀ ਨਹੀਂ ਲੱਗਦੀ ਜਦ ਉਹ ਕਿਸੇ ਇੱਕ ਨੂੰ ਉੱਚਾ ਕਰ ਦਿੰਦਾ। ਤਾਂ ਹੁਣ ਇੱਥੇ ਸਮਝਣ ਵਾਲੀ ਗੱਲ ਹੈ, ਇਸ ਦਾ ਨਿਰਣਾ ਅਗਲੀ ਪੰਕਤੀ ਦੇ ਵਿੱਚ ਹੋਵੇਗਾ। ਵਰਨਾ ਵਰਨ, ਕਿਉਂਕਿ ਗੁਰਮਤ ਨੇ ਜਾਤੀਵਾਦ ਨੂੰ ਨਹੀਂ ਮੰਨਿਆ। ਗੁਰਬਾਣੀ ਦਾ ਸੰਦੇਸ਼ ਹੈ ਫੱਕੜ ਜਾਤੀ ਫੱਕੜ ਨਾਉ। ਗੁਰਬਾਣੀ, ਗੁਰੂ ਸਾਹਿਬਾਨ, ਭਗਤ ਜਨ ਜਾਤੀਵਾਦ ਨੂੰ ਨਹੀਂ ਮੰਨਦੇ। ਲੇਕਿਨ ਜਾਤੀਵਾਦ ਕਿਉਂਕਿ ਚੱਲ ਰਿਹਾ ਸੀ, ਤਾਂ ਗੁਰੂ ਜੀ ਸਮਝਾਉਣਾ ਚਾਹੁੰਦੇ ਹਨ ਕਿ ਜਦੋਂ ਕੋਈ ਇੱਕ ਨੂੰ ਮਹਾਨਤਾ ਮਿਲਦੀ ਹੈ ਨਾ, ਤੇ ਦੂਜਿਆਂ ਲੋਕਾਂ ਨੂੰ ਉਹ ਚੰਗਾ ਨਹੀਂ ਲੱਗਦਾ, ਉਹ ਭਾਉਂਦਾ ਨਹੀਂ। ਲੋਕ ਈਰਖਾ ਕਰਦੇ ਨੇ, ਇਹ ਉੱਚੀ ਜਾਤ ਦਾ, ਇਹ ਨੀਵੀਂ ਜਾਤ ਦਾ, ਲੋਕ ਈਰਖਾ ਕਰਦੇ ਨੇ। ਇਹ ਲੋਕਾਂ ਦਾ ਖਿਆਲਾਤ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ, ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈਂ ਦੇ। ਵੱਡੇ ਪ੍ਰਭੂ ਦੇ ਹੱਥ ਵਿੱਚ ਸਾਰੀਆਂ ਵਡਿਆਈਆਂ ਨੇ। ਹੱਥ ਵਿੱਚ ਦਾ ਮਤਲਬ ਹੁਕਮ ਵਿੱਚ। ਤਾਂ ਰੱਬ ਨੂੰ ਕੋਈ ਜਾਤ ਚੰਗੀ ਜਾਂ ਮਾੜੀ ਨਹੀਂ ਲੱਗਦੀ ਕਿ ਕਿਹੜੀ ਜਾਤ ਚੰਗੀ ਜਾਂ ਮਾੜੀ ਹੈ, ਕਿਉਂਕਿ ਰੱਬ ਦੇ ਘਰ ਵਿੱਚ ਜਾਤਾਂ ਹੈ ਹੀ ਨਹੀਂ। ਉਹਦੇ ਹੱਥ ਵਿੱਚ ਵਡਿਆਈਆਂ ਨੇ, ਉਹਦੇ ਹੁਕਮ ਵਿੱਚ ਵਡਿਆਈਆਂ ਨੇ। ਜੋ ਰੱਬੀ ਹੁਕਮ ਦੇ ਅੰਦਰ ਚੱਲੇਗਾ ਉਹਨੂੰ ਵਡਿਆਈ ਮਿਲੇਗੀ। ਤਾਂ ਕੀ ਹੁਣ ਕਿਸੇ ਉੱਚੀ ਜਾਤ ਵਾਲੇ ਨੂੰ ਵਡਿਆਈ ਮਿਲ ਸਕਦੀ ਹੈ ਕਿ ਨੀਵੀਂ ਵਾਲੇ ਨੂੰ? ਕਿਸੇ ਪੜ੍ਹੇ ਨੂੰ ਕਿ ਅਨਪੜ੍ਹ ਨੂੰ? ਗਰੀਬ ਨੂੰ ਕਿ ਅਮੀਰ ਨੂੰ? ਤਾਂ ਹੁਕਮ ਦੇ ਅੰਦਰ ਤੇ ਸਾਰਿਆਂ ਨੇ ਤੁਰਨਾ ਹੈ। ਵਡਿਆਈਆਂ ਹੁਕਮ ਵਿੱਚ ਨੇ। ਜਿਹੜਾ ਵੀ ਹੁਕਮ ਵਿੱਚ ਤੁਰੇਗਾ ਉਹਨੂੰ ਵਡਿਆਈ ਮਿਲੇਗੀ। ਜੈ ਭਾਵੈ ਤੈਂ ਦੇ। ਜਿਹਨੂੰ ਇਹ ਹੁਕਮ, ਜਿਹਨੂੰ ਇਹ ਵਡਿਆਈਆਂ, ਪ੍ਰਭੂ ਦੀ ਸਿਫਤ ਸਲਾਹ ਪਾਉਂਦੀ ਹੈ, ਉਹਨੂੰ ਪ੍ਰਭੂ ਦੇ ਦਿੰਦਾ ਹੈ, ਉਹਨੂੰ ਇਹ ਦਾਤ ਮਿਲ ਜਾਂਦੀ ਹੈ। ਇੱਥੇ ਉੱਚੀ ਨੀਵੀਂ ਜਾਤ ਦਾ ਕੋਈ ਵਿਤਕਰਾ ਨਹੀਂ ਹੈ। ਰੱਬੀ ਰਜਾ ਦੇ ਅੰਦਰ ਸਾਰੀਆਂ ਵਡਿਆਈਆਂ ਨੇ। ਜਿਹਨੂੰ ਰੱਬੀ ਰਜਾ ਪਾਉਂਦੀ ਹੈ, ਜੋ ਰੱਬੀ ਰਜਾ ਵਿੱਚ ਤੁਰਦਾ ਹੈ, ਉਹਨੂੰ ਪ੍ਰਭੂ ਇਹ ਦਾਤਾਂ ਦੇ ਦਿੰਦਾ ਹੈ। ਹੁਕਮ ਸਵਾਰੇ ਆਪਣੇ, ਚਸਾ ਨਾ ਢਿੱਲ ਕਰੇ। ਚਸਾ ਦਾ ਮਤਲਬ ਰਤਾ ਪਰ ਸਮਾਵੀ। ਹੁਕਮ ਦਾ ਮਤਲਬ ਹੁਕਮ ਵਿੱਚ, ਆਪਣੀ ਰਜਾ ਵਿੱਚ, ਆਪਣੀ ਰਜਾ ਦੇ ਰਾਹੀਂ ਮਨੁੱਖ ਦੇ ਜੀਵਨ ਨੂੰ ਸਵਾਰ ਦਿੰਦਾ ਹੈ ਕਿ ਰਤਾ ਭਰ ਵੀ ਢਿੱਲ ਨਹੀਂ ਕਰਦਾ। ਇੱਕ ਪਲ ਦੇ ਅੰਦਰ ਹੀ ਪ੍ਰਭੂ ਜੀਵਨ ਨੂੰ ਸਵਾਰ ਦਿੰਦਾ ਹੈ, ਪਰ ਸਵਾਰਦਾ ਹੈ ਹੁਕਮ ਵਿੱਚ, ਰਜਾ ਦੇ ਅੰਦਰ। ਯਾਨੀ ਜਿਸ ਪਲ ਵੀ ਅਸੀਂ ਰੱਬੀ ਰਜਾ ਵਿੱਚ ਤੁਰਨਾ ਸ਼ੁਰੂ ਕਰਾਂਗੇ, ਉਦੋਂ ਸਾਡਾ ਜੀਵਨ ਸੰਵਰ ਜਾਏਗਾ। ਤੇ ਜਦੋਂ ਅਸੀਂ ਰੱਬੀ ਰਜਾ ਤੋਂ ਉਲਟ ਤੁਰਾਂਗੇ, ਉਸ ਛਿਨ ਸਾਡਾ ਜੀਵਨ ਵਿਗੜ ਜਾਏਗਾ। ਗੁਰੂ ਜੀ ਕਹਿੰਦੇ ਨੇ, ਆਪਣੀ ਰਜ਼ਾ ਦੇ ਅੰਦਰ, ਸਿਸਟਮ ਦੇ ਅੰਦਰ, ਹੁਕਮ ਦੇ ਅੰਦਰ ਇੱਕ ਪਲ ਵਿੱਚ ਹੀ ਜੀਵਨ ਨੂੰ ਸੰਵਾਰ ਦਿੰਦਾ ਹੈ। ਉਹ ਢਿੱਲ ਨਹੀਂ ਕਰਦਾ। ਉੱਚੀ ਨੀਵੀਂ ਜਾਤ ਦੀ ਗੱਲ ਨਹੀਂ ਹੈ, ਗੱਲ ਹੁਕਮ ਵਿੱਚ ਚੱਲਣ ਦੀ ਹੈ।
सब को आखे बहुत बहुत, ਲੈਣੇ ਕੈ ਵਿਚਾਰ। ਲੈਣੇ ਕੀ ਵਿਚਾਰ ਦਾ ਮਤਲਬ ਲੈਣ ਦੇ ਖਿਆਲ ਦੇ ਨਾਲ, ਪ੍ਰਭੂ ਤੋਂ ਦਾਤਾਂ ਲੈਣ ਦੇ ਖਿਆਲ ਦੇ ਨਾਲ ਹਰੇਕ ਜੀਵ ਹੀ ਬਹੁਤੀ ਮੰਗ ਕਰਦਾ ਹੈ ਕਿ ਮੈਨੂੰ ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ, ਹੋਰ ਚਾਹੀਦਾ ਹੈ। ਲੈਣ ਦੇ ਖਿਆਲ ਨਾਲ ਹਰ ਜੀਵ ਬਹੁਤਾ ਬਹੁਤਾ ਮੰਗ ਰਿਹਾ ਹੈ। ਕੇਵਡ ਦਾਤਾ ਆਖੀਐ, ਦੇ ਕੇ ਰਿਹਾ ਸ਼ੁਮਾਰ। ਕੇਵਡ ਦਾਤਾ ਦਾ ਮਤਲਬ ਇਹ ਨਹੀਂ ਕਿਹਾ ਜਾ ਸਕਦਾ ਕਿ ਪ੍ਰਭੂ ਕਿਹੜਾ ਵੱਡਾ ਦਾਤਾ ਹੈ ਤੇ ਉਹ ਦਾਤਾਂ ਦੇ ਰਿਹਾ ਹੈ। ਦੇ ਕੇ ਰਿਹਾ ਸ਼ੁਮਾਰ ਦਾ ਮਤਲਬ ਗਿਣਤੀ ਤੋਂ ਪਰੇ ਨੇ, ਸ਼ੁਮਾਰ ਤੋਂ ਗਿਣਤੀ ਤੋਂ ਪਰੇ ਨੇ। ਰਹਿ ਸ਼ੁਮਾਰ ਦਾ ਮਤਲਬ ਜੇ ਅਸੀਂ ਗਿਣੀਏ ਕਿ ਕਿੰਨੀਆਂ ਕੁ ਦਾਤਾਂ ਦੇ ਰਿਹਾ ਹੈ, ਤਾਂ ਰਹਿ ਦਾ ਮਤਲਬ ਅਸੀਂ ਰਹਿ ਜਾਾਂਗੇ, ਥੱਕ ਜਾਾਂਗੇ, ਖਤਮ ਹੋ ਜਾਾਂਗੇ। ਕਿੰਨੀਆਂ ਕੁ ਦਾਤਾਂ ਅਸੀਂ ਗਿਣ ਸਕਦੇ ਹਾਂ? ਤਾਂ ਅਣਗਿਣਤ ਉਹ ਦਾਤਾਂ ਦੇ ਰਿਹਾ ਹੈ, ਉਹਨੂੰ ਕਿਹੜਾ ਵੱਡਾ ਦਾਤਾ ਕਿਹਾ ਜਾਏ। ਦੇਖੋ, ਪਾਣੀ ਹੈ, ਹਵਾ ਹੈ, ਜਾਂ ਧਰਤੀ ਹੈ, ਆਕਾਸ਼ ਹੈ, ਧਰਤੀ ਵਿੱਚ ਉਪਜਾਊ ਸ਼ਕਤੀ ਹੈ, ਇੱਥੇ ਸੋਨੇ ਚਾਂਦੀ ਆਦਿ ਦੀਆਂ ਖਾਨਾਂ ਨੇ, ਕਿੰਨਾ ਕੁਛ ਅਨੰਤ ਦਾਤਾਂ ਦੇ ਰਿਹਾ ਹੈ। ਨਾਨਕ ਟੋਟ ਨਾ ਆਵਈ, ਤੇਰੇ ਜੁਗ ਹੈ ਭੰਡਾਰ। ਭੰਡਾਰ ਦਾ ਮਤਲਬ ਖਜ਼ਾਨੇ। ਹੇ ਨਾਨਕ ਆਖ ਕੇ, ਹੇ ਪ੍ਰਭੂ, ਤੇਰੇ ਖਜ਼ਾਨੇ ਸਦਾ ਹੀ ਭਰੇ ਰਹਿੰਦੇ ਨੇ, ਇਹਨਾਂ ਵਿੱਚ ਕਦੇ ਵੀ ਘਾਟ ਨਹੀਂ ਹੁੰਦੀ। ਤੇਰੇ ਖਜ਼ਾਨੇ ਸਦਾ ਭਰੇ ਹੋਏ ਨੇ, ਇਹਨਾਂ ਦੇ ਅੰਦਰ ਕਦੇ ਵੀ ਘਾਟ ਨਹੀਂ ਹੁੰਦੀ। ਅਨੰਤ ਅਨੰਤ ਦਾਤਾਂ ਨੇ, ਔਰ ਇਹਨਾਂ ਖਜ਼ਾਨਿਆਂ ਦੇ ਵਿੱਚ ਕਦੇ ਕਮੀ ਪੇਸ਼ੀ ਨਹੀਂ ਹੁੰਦੀ। ਕਦੇ ਵੀ ਇਹਨਾਂ ਖਜ਼ਾਨਿਆਂ ਦੇ ਅੰਦਰ ਤੋਟ ਜੋ ਹੈ